किसान अकेडमी के ऑनलाइन प्लेटफॉर्म के उपर तुहाडा स्वागत है। ਅੱਜ ਦੀ ਕਲਾਸ ਦੇ ਵਿੱਚ ਅਸੀਂ ਜੋ ਸਾਡੇ ਪ੍ਰੀਵੀਅਸ ਈਅਰ ਐਗਜ਼ਾਮਸ ਨੇ ਉਹਨਾਂ ਦੇ ਨਾਲ ਰਿਲੇਟਡ ਐਮਸੀਕਿਊਜ਼ ਨੂੰ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਤਾਂ ਇਹ ਮੈਟਰ ਨਹੀਂ ਕਰਦਾ ਬੇਟਾ ਕਿ ਇਹ ਪੇਪਰ 1 ਦੇ ਨੇ ਜਾਂ 2 ਦੇ ਨੇ, ਦੋਨਾਂ ਦੇ ਵਿੱਚ ਸੇਮ ਹੀ ਤਰ੍ਹਾਂ ਦੇ ਐਮਸੀਕਿਊ ਆਉਂਦੇ ਨੇ। ਸਿਰਫ 2 ਐਮਸੀਕਿਊ ਨੂੰ ਛੱਡ ਕੇ ਉਹਨਾਂ ਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਕਿ ਪ੍ਰਾਇਮਰੀ ਲੈਵਲ ਦਾ ਬੱਚਾ ਜਾਂ ਐਲੀਮੈਂਟਰੀ ਲੈਵਲ ਦਾ ਬੱਚਾ, ਤਾਂ ਬਾਕੀ ਜਿਹੜੀ ਸਾਰੀ ਚੀਜ਼ ਹੈਗੀ ਉਹਨਾਂ ਨੂੰ ਵੀ ਅਟੈਂਪਟ ਤੁਸੀਂ ਸੇਮ ਵੇ ਦੇ ਨਾਲ ਕਰਨਾ ਹੁੰਦਾ, ਤਾਂ ਕੋਈ ਵੀ ਫਰਕ ਨਹੀਂ ਹੁੰਦਾ। ਸੋ ਜਿਹੜੀ ਪ੍ਰੈਕਟਿਸ ਹੈਗੀ ਆ ਤੁਸੀਂ ਪਹਿਲੇ ਵਾਲੇ ਐਮਸੀਕਿਊ, ਜੇ ਤੁਹਾਡੇ ਪੇਪਰ ਪ੍ਰੀਵੀਅਸ ਈਅਰ ਐਗਜ਼ਾਮ ਘਟ ਜਾਂਦੇ ਨੇ ਹਨਾ, ਤੁਸੀਂ ਵੈਸੇ ਪੇਪਰ ਆਪਣੇ ਪ੍ਰੀਵੀਅਸ ਈਅਰ ਸਟਾਰਟ ਕਰੋ ਹਨਾ, ਤਾਂ ਕਿ ਤੁਹਾਡੀ ਪ੍ਰੈਕਟਿਸ ਅੱਛੀ ਹੋਵੇ। ਤਾਂ ਤੁਸੀਂ ਜਿਹੜੇ PS1 ਵਾਲੇ ਹੋ ਤਾਂ PS2 ਵਾਲਿਆਂ ਤੋਂ ਵੀ ਸੀਡੀਪੀ ਨੂੰ ਕਵਰ ਅਪ ਕਰ ਸਕਦੇ ਹੋ, ਤੇ ਜਿਹੜੇ PS2 ਵਾਲੇ ਨੇ ਉਹ PS1 ਦੀ ਜਿਹੜੀ ਸੀਡੀਪੀ ਹੈਗੀ ਉਹਨੂੰ ਅਟੈਂਪਟ ਕਰਕੇ ਵੀ ਜ਼ਰੂਰ ਦੇਖੋ, ਤਾਂ ਕਿ ਤੁਹਾਡੀ ਵੱਧ ਤੋਂ ਵੱਧ ਐਮਸੀਕਿਊ ਦੀ ਪ੍ਰੈਕਟਿਸ ਹੋਵੇ, ਕਿਉਂਕਿ ਸੇਮ ਨੇ। ਠੀਕ ਹੈ, ਆਪਾਂ ਸਟਾਰਟ ਕਰਦੇ ਹਾਂ ਬੇਟਾ। ਫਸਟ ਕੁਐਸਚਨ ਆਪਣੇ ਕੋਲ, ਇੱਕੋ ਜਿਹੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਵਸਤੂਆਂ ਦਾ ਇਕੱਠਾ ਸਮੂਹ ਕਰਨ ਦੀ ਕਾਬਲੀਅਤ। ਠੀਕ ਹੈ, ਇੱਕੋ ਜਿਹੀਆਂ ਵਸਤੂਆਂ ਨੇ, ਸੇਮ ਤਰ੍ਹਾਂ ਦੇ ਆਬਜੈਕਟ ਨੇ, ਉਹਨਾਂ ਨੂੰ ਤੁਸੀਂ ਕਾਮਨ ਫੀਚਰਸ ਦੇ ਆਧਾਰ ਤੇ ਆਬਜੈਕਟਸ ਨੂੰ ਇਕੱਠੇ ਕਰਦੇ ਹੋ। ਤਾਂ ਜੀਨ ਪਿਆਜੇ ਦੀ ਜਿਹੜੀ ਕੋਗਨੈਟਿਵ ਡਿਵੈਲਪਮੈਂਟ ਥਿਊਰੀ ਹੈ, ਤੁਹਾਨੂੰ ਸਭ ਨੂੰ ਪਤਾ ਜੀਨ ਪਿਆਜੇ ਨੇ ਬੌਧਿਕ ਵਿਕਾਸ ਦਾ ਸਿਧਾਂਤ ਦਿੱਤਾ, ਉਹਦੇ ਅਕੋਰਡਿੰਗ ਤੁਸੀਂ ਉਹਨੂੰ ਕੀ ਆਖੋਗੇ? ਤਾਂ ਉਹਨੂੰ ਕੀ ਆਖਾਂਗੇ ਬੇਟਾ? ਕਲਾਸੀਫਿਕੇਸ਼ਨ। ਠੀਕ ਹੈ, ਕਲਾਸੀਫਿਕੇਸ਼ਨ। ਤਾਂ ਜਿਹੜੀ ਕਲਾਸੀਫਿਕੇਸ਼ਨ ਆ ਉਹ ਖਾਸ ਕਰਕੇ ਹੈ ਨਾ, ਆਪਾਂ ਬੱਚੇ ਦੇ ਵਿੱਚ ਜਦੋਂ ਬੱਚਾ ਉਹਨਾਂ ਦੀ ਕਾਬਲੀਅਤ ਆਪਾਂ ਕਹਿ ਦਈਏ, ਉਹਨਾਂ ਦੇ ਜੋ ਗੁਣ ਹੈਗੇ ਨੇ ਉਹਨਾਂ ਦੇ ਅਕੋਰਡਿੰਗ ਆਬਜੈਕਟਸ ਨੂੰ ਇਕੱਠੇ ਕਰਨ ਲੱਗ ਜਾਂਦਾ, ਤਾਂ ਉਹਨਾਂ ਨੂੰ ਅਸੀਂ ਕੀ ਆਖ ਦਿੰਦੇ ਹੈਗੇ ਆ? ਕਲਾਸੀਫਿਕੇਸ਼ਨ ਕਰਨਾ। ਠੀਕ ਹੈ, ਕਲੀਅਰ। ਇੱਥੇ ਜਿਹੜੀ ਟਰਮ ਅਸਿਮੀਲੇਸ਼ਨ ਦਿੱਤੀ ਆ ਉਹ ਕੀ ਹੁੰਦੀ ਆ? ਓਲਡ ਇਨਫੋਰਮੇਸ਼ਨ ਦੇ ਵਿੱਚ ਹੀ ਕੋਈ ਨਿਊ ਇਨਫੋਰਮੇਸ਼ਨ ਐਡ ਕਰ ਦੇਣਾ। ਠੀਕ ਹੈ, ਓਲਡ ਸਕੀਮਾ ਦੇ ਵਿੱਚ ਹੀ ਨਵਾਂ ਸਕੀਮਾ ਐਡ ਕਰ ਦੇਣਾ, ਤਾਂ ਉਹ ਕੀ ਹੋਊਗਾ ਬੇਟਾ ਸਾਡੇ ਕੋਲ? ਸਿਮੀਲੇਸ਼ਨ। ਅਕੋਮੋਡੇਸ਼ਨ ਕੀ ਹੁੰਦੀ ਆ? ਨਵਾਂ ਸਕੀਮਾ ਕ੍ਰੀਏਟ ਕਰਨਾ, ਨਿਊ ਸਕੀਮਾ ਕ੍ਰੀਏਟ ਕਰਨਾ। ਠੀਕ ਹੈ, ਨਵੀਂ ਇਨਫੋਰਮੇਸ਼ਨ ਕ੍ਰੀਏਟ ਕਰਨਾ, ਉਹ ਕੀ ਹੁੰਦਾ ਤੁਹਾਡਾ? ਅਕੋਮੋਡੇਸ਼ਨ। ਠੀਕ ਹੈ ਜੀ। ਉਸ ਤੋਂ ਬਾਅਦ ਸੈਕਿੰਡ ਕੁਐਸਚਨ, ਸਪੀਅਰਮੈਨ ਦੀ 2 ਫੈਕਟਰ ਥਿਊਰੀ। 2 ਫੈਕਟਰ ਹੁਣ ਅਸੀਂ ਆਖਦੇ ਹਾਂ 3 ਫੈਕਟਰ ਥਿਊਰੀ। ਠੀਕ ਹੈ, ਵਿੱਚ ਐਸ ਫੈਕਟਰ ਦਾ ਕੀ ਮਤਲਬ ਆ? ਤਾਂ ਉਹਨੇ ਜੀ ਫੈਕਟਰ ਦਿੱਤਾ ਤੇ ਐਸ ਫੈਕਟਰ ਦਿੱਤਾ, ਤੁਹਾਨੂੰ ਸਭ ਨੂੰ ਪਤਾ। ਤਾਂ ਜੀ ਫੈਕਟਰ ਸੀਗਾ ਜਨਰਲ, ਜਿਹੜਾ ਕਿ ਹਰ ਇੱਕ ਦੇ ਵਿੱਚ ਹੁੰਦਾ, ਹੈਰੀਡਿਟੀ ਹੁੰਦਾ। ਤੇ ਐਸ ਕੀ ਸੀਗਾ? ਸਪੈਸੀਫਿਕ ਫੈਕਟਰ, ਜਿਹੜਾ ਕਿ ਹਰ ਕੰਮ ਦੇ ਲਈ ਅਲੱਗ-ਅਲੱਗ ਹੁੰਦਾ ਹਨਾ। ਠੀਕ ਹੈ, तो ਸਾਡੇ ਕੋਲ ਐਸ ਦਾ ਮਤਲਬ ਕੀ ਹੋ ਗਿਆ? ਸਪੈਸੀਫਿਕ ਫੈਕਟਰ। ਠੀਕ ਹੈ ਜੀ। देन आ गया बेटा, हु इज द एक्सपोनेंट ऑफ मल्टी फैक्टर थ्योरी ऑफ इंटैलीजेंस। ਤਾਂ ਬੁੱਧੀ ਦਾ ਜਿਹੜਾ ਮਲਟੀ ਫੈਕਟਰ ਸਿਧਾਂਤ ਹੈ ਉਹਦੇ ਪਿਤਾਮਾ ਕੌਣ ਨੇ? ਤਾਂ ਬੁੱਧੀ ਦੇ ਮਲਟੀ ਫੈਕਟਰ ਥਿਊਰੀ ਜਿਹੜੀ ਹੈ ਉਹਦੇ ਪਿਤਾਮਾ ਕੌਣ ਨੇ ਬੇਟਾ? E.L. ਥੋਰਨਡਾਈਕ। ਠੀਕ ਹੈ, E.L. ਥੋਰਨਡਾਈਕ ਦੀ ਥਿਊਰੀ ਦਾ ਨਾਮ ਹੀ ਮਲਟੀ ਫੈਕਟਰ ਥਿਊਰੀ ਆ, ਜਿਹਦੇ ਚ ਉਹਨੇ ਸਟੈਪਸ ਦੱਸੇ ਨੇ ਕਿ ਕੋਈ ਬੱਚਾ ਕਿਵੇਂ ਆਪਣੀ ਜਿਹੜੀ ਹੈਗੀ ਆ, ਜਾਂ ਕੋਈ ਵੀ ਹਿਊਮਨ ਬੀਇੰਗ ਕਿਵੇਂ ਆਪਣੀ ਜਿਹੜੀ ਹੈਗੀ ਆ ਇੰਟੈਲੀਜੈਂਸ ਨੂੰ ਸ਼ੋ ਕਰਦਾ ਹਨਾ। ਤਾਂ ਅਸੀਂ ਰੇਂਜ ਕੀਤਾ ਸੀ, ਏਰੀਆ ਕੀਤਾ ਸੀ, ਲੈਵਲ ਕੀਤਾ ਸੀ ਹਨਾ, ਇਹ ਸਪੀਡ ਬਾਰੇ ਪੜਿਆ ਸੀ ਇਹਦੀ ਥਿਊਰੀ ਦੇ ਵਿੱਚ। ਉਹ ਚੀਜ਼ਾਂ ਇਹਦੇ ਚ ਇੰਪੋਰਟੈਂਟ ਨੇ, ਤੇ ਨਾਲ ਹੀ ਇਹਨੇ ਜਿਹੜਾ ਬੇਸਿਕਲ 3 ਤਰ੍ਹਾਂ ਦੀ ਜਿਹੜੀ ਇੰਟੈਲੀਜੈਂਸੀ ਆ ਉਹਨੂੰ ਸ਼ੋ ਕੀਤਾ ਸੀ ਹਨਾ, ਦੱਸੀ ਸੀਗੀ, ਜੋ ਤੁਹਾਡੀ ਕਲਾਸ ਦੇ ਵਿੱਚ ਹੋ ਚੁੱਕੀ ਹੈ। ਤੇ ਇਹਨਾਂ ਥਿਊਰੀਜ਼ ਨੂੰ ਜ਼ਰੂਰ ਇੱਕ ਵਾਰ ਕਲੀਅਰ ਕਰੋ। नेक्स्ट है बेटा अपने कोल, विच ऑफ द फॉलोइंग थ्योरीज व्यू दैट बिहेवियर कुड बी शेप्ड थ्रू सक्सेसिव अप्रोक्सीमेशन एंड ਰੀਇਨਫੋਰਸਮੈਂਟ ਆਫ ਰਿਸਪੌਂਸ। ਪਹਿਲੀ ਗੱਲ ਤਾਂ ਜੇ ਕਿਸੇ ਬੱਚੇ ਨੂੰ ਨਹੀਂ ਵੀ ਪਤਾ ਸੀ, ਤੁਹਾਨੂੰ ਥਿਊਰੀ ਦੇ ਵਿੱਚ ਮੈਂ ਟਰਮ ਕਿਹੜੀ ਥਿਊਰੀ ਦੇ ਵਿੱਚ ਕਰਾਈਆਂ ਹੋਈਆਂ? ਸਕਸੈਸਿਵ ਅਪਰੋਕਸੀਮੇਸ਼ਨ। ਪ੍ਰੋਗਰਾਮ ਲਰਨਿੰਗ ਕਿਹਦੀ ਥਿਊਰੀ ਦੇ ਨਾਲ ਸੰਬੰਧਿਤ ਆ ਬੇਟਾ? ਸਕਿਨਰ ਦੀ ਥਿਊਰੀ ਨਾਲ ਹਨਾ, ਕਿ ਅਸੀਂ ਕਿਸੇ ਵੀ ਕੰਮ ਨੂੰ ਟੁਕੜਿਆਂ ਦੇ ਵਿੱਚ ਤੋੜ ਕੇ ਕਰਦੇ ਹਾਂ, ਸਕਸੈਸਿਵ ਅਪਰੋਕਸੀਮੇਸ਼ਨ ਆ। ਤੇ ਰੀਇਨਫੋਰਸਮੈਂਟ ਦੀ ਗੱਲ ਵੀ ਅਸੀਂ ਕਿਹਦੀ ਥਿਊਰੀ ਦੇ ਵਿੱਚ ਕੀਤੀ ਸੀ? ਸਕਿਨਰ ਦੀ ਥਿਊਰੀ ਦੇ ਵਿੱਚ ਹਨਾ। ਤੇ ਸਕਿਨਰ ਦੀ ਥਿਊਰੀ ਦਾ ਨਾਮ ਕੀ ਹੈ? ਸਾਡੀ ਥਿਊਰੀ ਦਾ ਨਾਮ ਕੀ ਸੀ ਆਪਣੇ ਕੋਲ? ਆਪਰੇਟ ਕੰਡੀਸ਼ਨਿੰਗ ਥਿਊਰੀ ਹਨਾ। ਨਾਮ ਤੋਂ ਹੀ ਕਲੀਅਰ ਹੈ ਨਾ, ਤਾਂ ਇਸ ਕਰਕੇ ਇਹਦਾ ਆਂਸਰ ਕੀ ਹੋ ਗਿਆ? ਆਪਰੇਟ ਕੰਡੀਸ਼ਨਿੰਗ ਥਿਊਰੀ। ਬੇਟਾ ਇੱਥੇ ਮੈਂ ਸੁਜੈਸਟ ਕਰੂੰਗੀ, ਦੇਖੋ ਪੰਜਾਬੀ ਦੇ ਵਿੱਚ ਪੜ੍ਹਦੇ ਹੋ ਬਿਲਕੁਲ ਵੀ ਸਮਝ ਨਹੀਂ ਆਉਂਦੀ, ਵਿਵਹਾਰਾਂ ਨੂੰ ਜਵਾਬਾਂ ਦੇ ਪੁਸ਼ਟੀਕਰਨ ਤੇ ਨਿਰੰਤਰ ਅਨੁਮਾਨਾਂ ਨਾਲ ਆਕਾਰ ਦਿੱਤਾ ਜਾ ਸਕਦੇ ਨੇ, ਪੜ੍ਹ ਕੇ ਸਮਝ ਨਹੀਂ ਆਉਂਦੀ। ਜਦੋਂ ਕਿ ਮੈਂ ਤੁਹਾਨੂੰ ਇਹ ਟਰਮਸ ਇੰਗਲਿਸ਼ ਦੇ ਵਿੱਚ ਕਰਵਾਈਆਂ ਹੋਈਆਂ ਨੇ, ਜਦੋਂ ਵੀ ਸਟੇਟਮੈਂਟ ਪੜ੍ਹਦੇ ਹੋ, ਬੇਸ਼ੱਕ ਪੰਜਾਬੀ ਮੀਡੀਅਮ ਵਾਲੇ ਬੱਚੇ ਹੋ, ਪੰਜਾਬੀ ਮੀਡੀਅਮ ਦੇ ਵਿੱਚ ਸਟੇਟਮੈਂਟ ਨੂੰ ਪੜ੍ਹ ਕੇ ਇੰਗਲਿਸ਼ ਦੀ ਸਟੇਟਮੈਂਟ ਵੀ ਜ਼ਰੂਰ ਪੜ੍ਹ ਕੇ ਆਓ। ਕਈ ਵਾਰ ਸਿਰਫ ਪੰਜਾਬੀ ਚ ਪੜ੍ਹਨ ਕਰਕੇ ਤੁਸੀਂ ਕੁਐਸਚਨ ਨੂੰ ਗਲਤ ਕਰੇ ਆਉਂਦੇ ਹੋ। ਠੀਕ ਹੈ, ਤਾਂ ਦੋਨੋਂ ਸਟੇਟਮੈਂਟਾਂ ਨੂੰ ਜ਼ਰੂਰ ਪੜ੍ਹੋ। ਤਾਂ ਸਕਸੈਸਿਵ ਅਪਰੋਕਸੀਮੇਸ਼ਨ ਦੇ ਰਾਹੀਂ ਤੇ ਰੀਇਨਫੋਰਸਮੈਂਟ ਦੇ ਰਾਹੀਂ ਅਸੀਂ ਕਿਸੇ ਦੇ ਬਿਹੇਵੀਅਰ ਨੂੰ ਸ਼ੇਪ ਕਰ ਸਕਦੇ ਹਾਂ, ਕਿਹਦੇ ਨਾਲ ਰਿਲੇਟ ਕਰਦਾ? ਸਕਿਨਰ ਦੇ ਨਾਲ। ਸੋਸ਼ਲ ਲਰਨਿੰਗ ਥਿਊਰੀ ਬੇਟਾ ਕਿਹਨੇ ਦਿੱਤੀ ਸੀਗੀ? ਬੰਡੂਰਾ ਨੇ। ਕਲਾਸੀਕਲ ਕੰਡੀਸ਼ਨਿੰਗ ਥਿਊਰੀ ਪਾਵਲਵ ਨੇ। ਠੀਕ ਹੈ ਜੀ। ਨੈਕਸਟ ਆ ਬੇਟਾ ਆਪਣੇ ਕੋਲ, ਟ੍ਰੇਟ ਥਿਊਰੀਜ਼ ਆਰ ਰਿਲੇਟਡ ਟੂ ਵਿਚ ਆਫ ਫੋਲੋਇੰਗ ਆਸਪੈਕਟ ਹਨਾ। ਟ੍ਰੇਟ ਥਿਊਰੀ ਕਿਹਦੀ ਥਿਊਰੀ ਸੀ ਬੇਟਾ? ਕੈਟਲ ਦੀ। ਟ੍ਰੇਟ ਹਨਾ, ਯਾਦ ਆ ਨਾ, PF
ਪਰਸਨੈਲਿਟੀ ਟ੍ਰੇਟ ਥਿਊਰੀ ਤਾਂ ਕਿਹਦੇ ਨਾਲ ਸੰਬੰਧਿਤ ਸੀ ਬੇਟਾ? ਪਰਸਨੈਲਿਟੀ ਦੇ ਨਾਲ ਰਿਲੇਟਡ ਥਿਊਰੀ ਸੀਗੀ। ਆਰਬੀ ਕੈਟਲ ਦੀ ਥਿਊਰੀ ਸੀ, ਤੁਹਾਨੂੰ ਸਭ ਨੂੰ ਯਾਦ ਹੋਣਾ। ਚਾਰ ਤਰ੍ਹਾਂ ਦੇ ਟ੍ਰੇਟ ਉਹ ਬੰਦੇ ਨੇ ਦੱਸੇ ਸੀਗੇ, ਮਤਲਬ ਆਪਾਂ ਕਹਿ ਦਈਏ ਸਰਫੇਸ ਟ੍ਰੇਟ ਆ, ਹਨਾ, ਜਾਂ ਡਿਫਰੈਂਟ ਤਰ੍ਹਾਂ ਦੇ ਟ੍ਰੇਟ ਸੀ ਜਿਹੜੇ ਕਾਮਨ ਟ੍ਰੇਟ ਆ, ਸਪੈਸੀਫਿਕ ਟ੍ਰੇਟ ਆ, ਟ੍ਰੇਟ ਉਹਨੇ ਦੱਸੇ ਇਸ ਤੇ ਨਾਲ ਹੀ 16 ਤਰ੍ਹਾਂ ਦੀ ਬੁੱਧੀ ਦੱਸੀ। ਤਾਂ ਟ੍ਰੇਟ ਸਿਧਾਂਤ ਕਿਹਦੇ ਨਾਲ ਸੰਬੰਧਿਤ ਹੈ? ਸ਼ਖਸੀਅਤ ਦੇ ਨਾਲ। ਨੈਕਸਟ ਕੁਐਸਚਨ ਆ ਕਿੰਡਰਗਾਰਟਨ ਸਿਸਟਮ ਆਫ ਐਜੂਕੇਸ਼ਨ ਮੀਨਿੰਗ ਗਾਰਡਨ ਆਫ ਸਮਾਲ ਕਿਡਸ। ਜਿਹੜਾ ਬਾਲਵਾੜੀ ਪ੍ਰੋਗਰਾਮ ਆ ਯਾਨੀ ਕਿ ਕਿੰਡਰਗਾਰਟਨ ਆ, ਉਹਦੇ ਚ ਕਿੰਡਰਗਾਰਟਨ ਦਾ ਮਤਲਬ ਕੀ ਹੈਗਾ? ਛੋਟੇ ਬੱਚਿਆਂ ਦਾ ਬਾਗ। ਤੇ ਧਾਰਨਾ ਕਿਹਦੇ ਨਾਲ ਰਿਲੇਟਡ ਹੈ? ਫਰੋਬਲ ਦੇ ਨਾਲ। ਮੈਂ ਕਲਾਸ ਦੇ ਵਿੱਚ ਕਰਵਾਇਆ ਸੀ ਨਾ ਕਿ ਕਿੰਡਰਗਾਰਟਨ ਸਕੂਲ ਕਿਹਦੇ ਅੰਡਰ ਸਥਾਪਿਤ ਕੀਤੇ ਗਏ ਸੀਗੇ? 1837 ਦੇ ਵਿੱਚ ਸਥਾਪਿਤ ਕੀਤੇ ਸੀਗੇ। ਕਿੰਨਾ ਨੇ? ਫਰੋਬਲ ਫੈਡਰਿਕ ਨੇ, ਜਿਹੜੇ ਕਿ ਜਰਮਨੀ ਦੇ ਸੀਗੇ, ਤੇ ਉਹਨਾਂ ਨੇ ਸਕੂਲ ਨੂੰ ਕੀ ਆਖਿਆ? ਬਗੀਚਾ ਆਖਿਆ। ਠੀਕ ਹੈ ਜੀ, ਕਲੀਅਰ। ਉਸ ਤੋਂ ਬਾਅਦ ਬੇਟਾ 7th ਕੁਐਸਚਨ ਆਪਣੇ ਕੋਲ, ਦ ਸਟੇਜ ਪ੍ਰੀ ਆਪਰੇਸ਼ਨਲ ਇਨ ਪਿਆਜੇ is called pre-operational because pre-operational stage ਕਿਹੜੀ ਸੀ? ਪਿਆਜੇ ਦੀ ਦੂਜੀ ਸਟੇਜ ਸੀ, ਹਨਾ। pre-operational ਕੀ ਸੀ? ਪਿਆਜੇ ਦੀਆਂ ਸਟੇਜਾਂ ਦੀ ਦੂਸਰੀ ਸਟੇਜ ਸੀ। ਤੇ ਇਹਨੂੰ pre-operational ਕਿਉਂ ਕਿਹਾ ਗਿਆ ਸੀ? ਕਿਉਂਕਿ ਕਹਿੰਦੇ ਪੂਰਵ ਦ੍ਰਿੜ ਹੁੰਦਾ ਬੱਚਿਆਂ 'ਚ, ਬੱਚੇ ਪ੍ਰੀ ਡਿਟਰਮੀਨਡ ਹੁੰਦੇ ਆ। ਨਹੀਂ, ਬੱਚੇ ਨੇ ਹਾਲੇ ਤੱਕ ਮਾਨਸਿਕ ਕਿਰਿਆਵਾਂ ਦੀ ਸਮਰੱਥਾ ਵਿੱਚ ਮਹਾਰਤ ਹਾਸਲ ਨਹੀਂ ਕੀਤੀ, ਹਨਾ। children have not just mastered to ability to perform mental operation, ਹਨਾ। ਆਪਾਂ ਇਹੀ ਕਿਹਾ ਸੀ ਨਾ ਪ੍ਰੀ ਆਪਰੇਸ਼ਨ ਆ, ਜਾਨੀ ਕਿ ਹਜੇ ਬੱਚੇ ਦੇ ਲੌਜਿਕ ਲਾਉਣ ਤੋਂ ਪਹਿਲਾਂ ਦੀ ਸਿਚੁਏਸ਼ਨ ਆ ਇਹ, ਹਨਾ। ਤਾਂ 2 ਤੋਂ 7 ਸਾਲ ਦਾ ਬੱਚਾ, 2 ਤੋਂ ਲੈ ਕੇ 7 ਸਾਲ ਦਾ ਬੱਚਾ ਹਜੇ ਆਪਾਂ ਕਹੀਏ ਕੰਕਰੀਟ ਚੀਜ਼ਾਂ ਦੇ ਉੱਪਰ ਵੀ ਆਪਣਾ ਲੌਜਿਕ ਨਹੀਂ ਲਾ ਸਕਦਾ, ਉਹਦੀ ਥਿੰਕਿੰਗ ਲੌਜਿਕਲੈਸ ਹੁੰਦੀ ਹੈ। ਇਸ ਕਰਕੇ ਕੀ ਆ, ਉਹ ਹਜੇ ਮਾਸਟਰੀ ਨਹੀਂ ਗੇਨ ਕਰ ਪਾ ਰਿਹਾ ਆਪਣੇ ਮੈਂਟਲ ਆਪਰੇਸ਼ਨ ਦੇ ਵਿੱਚ। ਤਾਂ ਇਸ ਕਰਕੇ ਸਾਡਾ ਆਨਸਰ ਇੱਥੇ ਕੀ ਬਣ ਜਾਊਗਾ? ਬੀ। ਠੀਕ ਹੈ, ਤਾਂ ਪ੍ਰੀ ਆਪਰੇਸ਼ਨਲ ਉਹ ਅਵਸਥਾ ਬੇਟਾ ਜਿਹਦੇ ਵਿੱਚ ਬੱਚੇ ਨੇ ਹਜੇ ਤੱਕ ਮਾਨਸਿਕ ਜਿਹੜੀਆਂ ਐਬਿਲਿਟੀਜ਼ ਨੇ ਉਹਨਾਂ ਦੇ ਵਿੱਚ ਮਹਾਰਤ ਹਾਸਲ ਨਹੀਂ ਕੀਤੀ। ਕਲੀਅਰ ਜੀ। 8th ਕੁਐਸਚਨ ਆਪਣੇ ਕੋਲ, who has described human behavior and developed a process of responding to reward and punishment in the environment। ਇਹ ਵੀ ਤੁਹਾਨੂੰ ਕਲੀਅਰ ਹੋਣਾ ਕਿ ਰਿਵਾਰਡ ਤੇ ਪਨਿਸ਼ਮੈਂਟ ਦੀ ਗੱਲ ਪਿਆਜੇ ਨੇ ਕੀਤੀ ਸੀ? ਨਹੀਂ। ਠੀਕ ਹੈ, ਵਾਟਸਨ ਨੇ ਕੀਤੀ ਸੀ? ਨਹੀਂ। ਕਿਹਨੇ ਕੀਤੀ ਸੀ? BF ਸਕਿਨਰ ਨੇ। ਕਿਉਂ? ਕਿਉਂਕਿ ਉਹਨੇ ਦਿੱਤੀ ਸੀ ਰੀਇਨਫੋਰਸਮੈਂਟ, ਹਨਾ। ਤੇ ਉਹਨੇ ਰੀਇਨਫੋਰਸਮੈਂਟ ਦੇ ਵਿੱਚ ਹੀ ਆਖਿਆ ਸੀਗਾ ਕਿ ਜਾਂ ਤਾਂ ਅਸੀਂ ਬੱਚੇ ਨੂੰ ਬਾਹਰੀ ਰਿਵਾਰਡ ਦੇ ਕੇ, ਹਨਾ, ਰੀਇਨਫੋਰਸਮੈਂਟ ਆ ਜਿਹੜੀ ਰਿਵਾਰਡ ਤੇ ਬੇਸਡ ਹੋ ਸਕਦੀ ਹੈ ਜਾਨੀ ਪੋਜ਼ਿਟਿਵ ਹੋ ਸਕਦੀ ਆ, ਜਾਂ ਫਿਰ ਪਨਿਸ਼ਮੈਂਟ ਬੇਸਡ ਹੋ ਸਕਦੀ ਹੈ ਜਾਨੀ ਕਿ ਨੈਗੇਟਿਵ ਹੋ ਸਕਦੀ ਹੈ, ਹਨਾ। ਨੈਗੇਟਿਵ ਰੀਇਨਫੋਰਸਮੈਂਟ ਹੋ ਸਕਦੀ ਹੈ ਜਿਹੜੀ ਕਿ ਬੱਚੇ ਦੇ ਵਿਵਹਾਰ ਨੂੰ ਕੱਚਾ ਜਾਂ ਪੱਕਾ ਕਰਨ ਦੇ ਲਈ ਵਰਤੀ ਜਾਊਗੀ। ਤਾਂ ਰਿਵਾਰਡ ਜਾਨੀ ਕਿ ਆਪਾਂ ਕਹੀਏ ਇਨਾਮ ਤੇ ਦੰਡ ਦੀ ਜਿਹੜੀ ਪ੍ਰਤੀਕਿਰਿਆ ਸੀਗਾ ਉਹ ਕਿਹਦੀ ਥਿਊਰੀ ਨਾਲ ਸੰਬੰਧਿਤ ਹੈ ਜੀ? ਆਪਰੇਂਟ ਕੰਡੀਸ਼ਨਿੰਗ ਥਿਊਰੀ ਆਫ BF ਸਕਿਨਰ। BF ਸਕਿਨਰ ਕਿਹੜੇ ਸਕੂਲ ਨਾਲ ਸੰਬੰਧਿਤ ਨੇ ਬੇਟਾ? ਬਿਹੇਵੀਅਰਿਸਟਿਕ। ਨੈਕਸਟ ਕੁਐਸਚਨ ਆ ਬੇਟਾ ਜੀ ਆਪਣੇ ਕੋਲ, which is not true about inclusion। ਠੀਕ ਹੈ, ਸਮਲਿਤ ਕਰਨ ਦੇ ਲਈ ਕਿਹੜਾ ਕਥਨ ਸਹੀ ਨਹੀਂ ਆ? ਜਦੋਂ ਅਸੀਂ ਇਨਕਲੂਸਿਵ ਐਜੂਕੇਸ਼ਨ ਕੀ ਸੀ? ਕਿਸੇ ਵੀ ਤਰ੍ਹਾਂ ਦਾ ਬੱਚਾ ਹੋਵੇ, ਡਿਸੇਬਿਲਿਟੀ ਵਾਲਾ ਬੱਚਾ ਹੋਵੇ, ਬੇਸ਼ੱਕ ਉਹ ਜਦੋਂ ਸਧਾਰਨ ਬੱਚਿਆਂ ਨਾਲ ਸਕੂਲ ਦੇ ਵਿੱਚ ਪੜ੍ਹਦਾ ਤਾਂ ਉਹਨੂੰ ਅਸੀਂ ਕਹਿੰਦੇ ਆ ਇਨਕਲੂਸਿੰਗ, ਹਨਾ। ਤਾਂ ਕਹਿੰਦੇ ਵੈਲਕਮਿੰਗ ਡਾਇਵਰਸਿਟੀ, ਕਹਿੰਦੇ ਉਹ ਸਕੂਲ ਆ ਜਿਹਦੇ ਚ ਅਸੀਂ ਮਤਲਬ ਕੀ ਸਹੀ ਨਹੀਂ, ਆਪਾਂ ਇਹ ਦੱਸਣਾ ਸਮਾਵੇਸ਼ੀ ਸਿੱਖਿਆ ਦੇ ਬਾਰੇ ਚ, ਹਨਾ। ਕਹਿੰਦੇ ਵੈਲਕਮਿੰਗ ਡਾਇਵਰਸਿਟੀ ਬਿਲਕੁਲ ਸਹੀ ਆ, ਕਿਉਂਕਿ ਸਮਲਿਤ ਸਿੱਖਿਆ ਉਹ ਸਿੱਖਿਆ ਜਿਹਦੇ ਚ ਅਸੀਂ ਵਿਭਿੰਨ ਤਰ੍ਹਾਂ ਦੇ ਬੱਚਿਆਂ ਨੂੰ ਸ਼ਾਮਲ ਕਰਦੇ ਆ, ਵੈਲਕਮ ਕਰਦੇ ਆ। ਬਿਲਕੁਲ। ਚਿਲਡਰਨ ਇਨ ਸਕੂਲ ਹੂ ਹੈਵ ਫੀਲ ਐਕਸਕਲੂਡਡ, ਹਨਾ। ਸਕੂਲ ਵਿੱਚ ਬੱਚੇ ਜੋ ਵਾਂਝਾ ਮਹਿਸੂਸ ਕਰਦੇ ਆ ਉਹਨਾਂ ਨੂੰ ਵੀ ਅਸੀਂ ਇੱਥੇ ਸ਼ਾਮਲ ਕਰਦੇ ਆ, ਹਨਾ। benefit all learners not only targeted to excluding, ਇਹਦੇ ਚ ਸਭ ਤਰ੍ਹਾਂ ਦੇ ਬੱਚੇ ਬੇਸ਼ੱਕ ਉਹ ਐਕਸਕਲੂਡਡ ਹੋਣ ਉਹ ਵੀ ਸ਼ਾਮਲ ਕੀਤੇ ਜਾਂਦੇ ਆ। meeting the need of children with disability only, no only ਨਹੀਂ, ਸਿਰਫ ਡਿਸੇਬਿਲਿਟੀ ਵਾਲੇ ਬੱਚੇ ਇਹਨਾਂ ਸਕੂਲਾਂ 'ਚ ਨਹੀਂ ਹੁੰਦੇ, ਜਨਰਲ ਜਿਹੜੇ ਸਧਾਰਨ ਬੱਚੇ ਨੇ ਉਹ ਵੀ ਇਹਨਾਂ 'ਚ ਹੁੰਦੇ ਆ। ਤਾਂ ਸਿਰਫ ਅਪੰਗਤਾ ਵਾਲੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਮਲਿਤ ਸਕੂਲ ਨਹੀਂ ਹੁੰਦੇ, ਅਪੰਗਤਾ ਵਾਲੇ ਬੱਚੇ ਵੀ ਜਾਨੀ ਕਿ ਜਿਹੜੇ ਡਿਸੇਬਲ ਬੱਚੇ ਆ ਉਹਨਾਂ ਬੱਚਿਆਂ ਨੂੰ ਵੀ, ਤੇ ਬਟ ਉਹਨਾਂ ਨਾਲ ਦੂਜੇ ਬੱਚਿਆਂ ਨੂੰ ਵੀ ਸ਼ਾਮਲ ਕਰਦਾ। ਤਾਂ ਇਟ ਮੀਨ ਸਾਡੇ ਲਈ ਸਹੀ ਸਟੇਟਮੈਂਟ ਇਨਕਲੂਜਨ ਦੇ ਨਾਲ ਕਿਹੜੀ ਨਹੀਂ ਆ? ਆਹਾ, ਕਿਉਂਕਿ ਇਹਦੇ 'ਚ ਡਿਸੇਬਿਲਿਟੀ ਦੇ ਨਾਲ ਲਾਤਾ ਓਨਲੀ, ਤਾਂ ਇਸ ਕਰਕੇ ਇਹ ਸਮਲਿਤ ਸਿੱਖਿਆ ਦੇ ਜਿਹੜੇ ਟੀਚੇ ਦੇ ਉੱਪਰ ਸਹੀ ਨਹੀਂ ਉਤਰਦੀ। Which of following age group the children's ability to pronounce letter W, B, T, F, G and perfectly grow? ਕਦੋਂ W, B, T, F, G, N ਦੇ ਬੋਲਣ ਦੀ ਪੂਰਨ ਸਮਰੱਥਾ ਬੱਚੇ ਦੇ ਵਿੱਚ ਆਉਂਦੀ ਆ ਬੇਟਾ? ਦੂਜੀ ਸਟੇਜ ਦੇ ਵਿੱਚ। ਤੁਹਾਨੂੰ ਸਭ ਨੂੰ ਪਤਾ 3 ਤੋਂ ਲੈ ਕੇ 5 ਸਾਲ ਦੀ ਉਮਰ ਦੇ ਵਿੱਚ। ਠੀਕ ਹੈ,
ਇੱਥੇ ਬੱਚੇ ਬੇਸ਼ੱਕ ਸ਼ਬਦ ਬਣਾਉਣੇ ਸਿੱਖ ਗਏ ਸਿੰਪਲ, ਉਸ ਤੋਂ ਜ਼ਿਆਦਾ ਵੀ ਸਿੱਖ ਗਏ, ਬਟ ਇੱਕ ਪ੍ਰੋਪਰ ਵੇ ਦੇ ਨਾਲ ਸਪੈਸੀਫਿਕ ਕਈ ਜਿਹੜੇ ਵਰਡਸ ਹੈਗੇ ਨੇ ਉਹਨਾਂ ਨੂੰ ਪਰਫੈਕਟਲੀ ਪ੍ਰੋਨਾਉਂਸ ਕਰਨ ਦਾ ਜਿਹੜਾ ਵੇ ਹੈ ਉਹ ਬੱਚਾ 3 ਤੋਂ 6 ਸਾਲ ਦੇ ਏਰੀਆ ਦੇ ਵਿੱਚ ਮਹਾਰਤ ਹਾਸਲ ਕਰਦਾ। ਠੀਕ ਹੈ, ਪੂਰਨ ਸਮਰੱਥਾ ਕਿਹਾ ਗਿਆ ਨਾ, ਪੂਰਨ ਮਤਲਬ ਜਦੋਂ ਉਹ ਪੂਰੀ ਮਹਾਰਤ ਦੇ ਨਾਲ ਬੋਲਣ ਲੱਗ ਗਿਆ। ਨੈਕਸਟ ਕੁਐਸਚਨ ਆ, ਦਾ ਮੋਸਟ ਐਪਰੋਪ੍ਰੀਏਟ ਮੀਨਿੰਗ ਆਫ ਲਰਨਿੰਗ ਅਕੋਰਡਿੰਗ ਟੂ ਗੇਟਸ। ਗੇਟਸ ਦੇ ਅਕੋਰਡਿੰਗ ਲਰਨਿੰਗ ਕੀ ਸੀ? ਮੈਂ ਕੋਟੇਸ਼ਨ ਤੁਹਾਨੂੰ ਕਲਾਸ ਦੇ ਵਿੱਚ ਕਰਾਈ ਹੋਈ ਆ, ਮੋਡੀਫਿਕੇਸ਼ਨ ਆਫ ਬਿਹੇਵੀਅਰ ਥਰੂ ਐਕਸਪੀਰੀਐਂਸਿਸ। ਠੀਕ ਹੈ, ਤੇ ਉਹੀ ਆ ਮੋਡੀਫਿਕੇਸ਼ਨ ਆਫ ਬਿਹੇਵੀਅਰ ਬਾਈ ਐਕਸਪੀਰੀਐਂਸ ਐਂਡ ਟ੍ਰੇਨਿੰਗ। ਉਹ ਕੀ ਹੈ ਜੀ ਬੇਟਾ? ਗੇਟਸ ਦੇ ਅਕੋਰਡਿੰਗ ਲਰਨਿੰਗ। The education that children receive in family, ਜਿਹੜੀ ਬੱਚਾ ਐਜੂਕੇਸ਼ਨ ਪਰਿਵਾਰ ਦੇ ਵਿੱਚੋਂ ਹਾਸਲ ਕਰਦਾ ਉਹ ਕਿਹੜੀ ਹੁੰਦੀ ਆ? ਇਨਫੋਰਮਲ, ਗੈਰ ਰਸਮੀ। ਠੀਕ ਹੈ, ਗੈਰ ਰਸਮੀ। ਜਿਹੜੀ ਸਕੂਲ ਚੋਂ ਹਾਸਲ ਕਰਦਾ ਉਹ ਕੀ ਹੁੰਦੀ ਆ? ਰਸਮੀ। ਤਾਂ ਗੈਰ ਰਸਮੀ ਸਿੱਖਿਆ ਬੱਚਾ ਫੈਮਿਲੀ ਤੋਂ ਹਾਸਲ ਕਰਦਾ, ਤੇ ਸਾਡਾ ਆਨਸਰ ਇੱਥੇ ਕੀ ਬਣਿਆ? ਇਨਫੋਰਮਲ, ਜਾਨੀ ਕਿ ਗੈਰ ਰਸਮੀ। What will be the IQ of 20-year-old boy whose mental age is 15? ਮੈਂ ਤੁਹਾਨੂੰ ਫਾਰਮੂਲਾ ਦੱਸਿਆ ਸੀ ਕਿ ਆਪਾਂ ਕਿਸੇ ਦਾ ਵੀ IQ ਕੱਢਣਾ ਹੋਵੇ ਤਾਂ ਕਿਵੇਂ ਕੱਢਦੇ ਹਾਂ? ਮੈਂਟਲ ਏਜ ਓਵਰ ਕ੍ਰੋਨਿਕਲ ਏਜ ਮਲਟੀਪਲਾਈ 100, ਹਨਾ। तो उस हिसाब नाल तुसी इहनूं कढ के देख लो, है ना। अपने कोल मैंटल एज एक बच्चा हैगा 20 साल का, तो ओहदी की है क्रॉनिकल एज यानी कि वास्तविक उम्र, है ना। ओहदी मैंटल एज हैगी 15 साल ते मल्टीप्लाई की हो गए 100, है ना। ते चलो आपां इहनूं इहदे नाल इह कटती सिंपल, अपने कोल की आ गया 150, है ना, बटा 2, ते इहनूं डिवाइड कर दोगे तो की आ जाऊगा 75। साडे कोल आंसर आ गया 75। ठीक है, ये फॉर्मूले के हिसाब नाल तुसी कढना सी बेटा। नेक्स्ट है स्कैफोल्डिंग अकॉर्डिंग टू सोशल कंस्ट्रक्टिविस्ट थ्योरी। सोशल कंस्ट्रक्टिविस्ट थ्योरी या सोशल कल्चरल थ्योरी किहदे नाल डील करदी है बेटा? वाइगोस्की दे नाल, है ना, वाइगोस्की दे नाल डील करदी है। ते स्कैफोल्डिंग ओहदे च की सी? मैं की कहा सीगा? एक्चुअल लैवल आ, आपदा पोटेंशियल लैवल आ, ते इत्थों लैके इत्थों तक जाण दे लई जो सहायता प्रदान कीती जाऊगी बालग दे द्वारा, किसी भी टीचर दे द्वारा, किसी भी एक्सपर्ट दे द्वारा, तो की हुंदी है स्कैफोल्डिंग, है ना। तो की हुई स्कैफोल्डिंग? फिर स्टिमुलेटिंग टीचिंग? नो। मतलब चलो ये तो पंजाबी समझ ही नहीं आती। रिकैप्चुलाइजेशन ऑफ प्रीवियस लर्निंग, पहली सिक्ख्या दी दोहराई। गिविंग सपोर्ट इन लर्निंग बाय अडल्ट, आही चीज सी ना कि सपोर्ट प्रदान करना, कोई गाइडेंस प्रदान करना, वो भी किसी अडल्ट के वल्लों उहनूं असीं की आखदे हैगे आ? स्कैफोल्डिंग। ते उदों तक प्रोवाइड कीती जांदी है जदों तक बच्चा अपने पोटेंशियल लैवल ते पहुंच के सुतंत्र काम करन दे योग नहीं हो जाता। नेक्स्ट बेटा बहुत ही ईजी क्वेश्चन, द पीरियड ऑफ सेंसरी मोटर अडेप्शन। सेंसरी मोटर स्टेज प्याजे की केड़ी स्टेज सी बेटा? संवेदी चालक अवस्था केड़ी उम्र सीगी? पहली ही 0 तो लैके 2 साल तक प्याजे दे अकॉर्डिंग है। ठीक है, जिस बच्चा सेंसेस दे राही ते गतियां दे राही सिखदा। नेक्स्ट है अपने कोल द रूल्स ऑफ इफेक्टिव टीचिंग मेड फ्रॉम एक्सपीरियंस ऑफ टीचर एंड थिंकर इज कॉल्ड। ਤਾਂ ਅਧਿਆਪਕਾਂ ਤੇ ਵਿਚਾਰਕਾਂ ਦੇ ਅਨੁਭਵਾਂ ਤੋਂ ਬਣੇ ਪ੍ਰਭਾਵਸ਼ਾਲੀ ਅਧਿਆਪਨ ਦੇ ਢੰਗ ਨੂੰ ਕੀ ਆਖਦੇ ਆ? ਤਾਂ ਪ੍ਰਭਾਵਸ਼ਾਲੀ ਅਧਿਆਪਨ ਦਾ ਜਿਹੜਾ ਢੰਗ ਹੁੰਦਾ ਬੇਟਾ ਉਹਨੂੰ ਕੀ ਆਖਦੇ ਆ? ਮੈਕਸਿਮ। ਮੈਕਸਿਮ ਹੁੰਦੇ ਆ, ਮੈਕਸਿਮਸ ਕੀ ਹੁੰਦੇ ਨੇ? ਸੂਤਰ। ਅਧਿਆਪਨ ਦੇ ਸੂਤਰ ਜਿਵੇਂ ਆਪਾਂ ਕਹਿਤਾ ਜਰਨਲ ਟੂ ਸਪੈਸੀਫਿਕ, ਠੀਕ ਹੈ, ਜਰਨਲ ਟੂ ਸਪੈਸੀਫਿਕ ਆ, ਈਜ਼ੀ ਟੂ ਡਿਫਿਕਲਟ ਆ, ਸਿੰਪਲ ਟੂ ਕੰਪਲੈਕਸ ਆ, ਹਨਾ। ਇਹ ਸਾਰੇ ਸੂਤਰ ਨੇ। ਸਿੰਪਲ ਟੂ ਕੰਪਲੈਕਸ ਆ, ਇਹ ਸਾਰੇ ਹੀ ਸੂਤਰ ਨੇ ਜਿਹੜੇ ਕਿ ਸਾਡੀ ਟੀਚਿੰਗ ਨੂੰ ਇਫੈਕਟਿਵ ਵੇ ਦੇ ਨਾਲ ਸਮਝਾਉਣ ਦੇ ਲਈ ਹੈਲਪ ਕਰਦੇ ਨੇ। ਨੈਕਸਟ ਬੇਟਾ ਪ੍ਰਾਇਮਰੀ ਸਕੂਲ ਵਿਦਿਆਰਥੀ, ਪ੍ਰਾਇਮਰੀ ਸਕੂਲ ਟੀਚਰ ਵਿਲ ਲਰਨ ਮੋਸਟ ਇਫੈਕਟਲੀ ਇਨ ਐਟਮੋਸਫੀਅਰ। ਤਾਂ ਪ੍ਰਾਇਮਰੀ ਸਕੂਲ ਜਿਹੜਾ ਚਿਲਡਰਨ ਹੈ, ਬੱਚਾ ਹੈ, ਕਿਵੇਂ ਇਫੈਕਟਿਵਲੀ ਕਿਸ ਵਾਤਾਵਰਣ ਦੇ ਵਿੱਚ ਵਧੇਰੇ ਅੱਛੀ ਤਰ੍ਹਾਂ ਸਿੱਖ ਸਕਦਾ ਹੈ? ਐਲੀਮੈਂਟਰੀ ਤੇ ਵੀ ਸੇਮ ਹੀ ਕੁਐਸਚਨ ਪੁੱਛਿਆ ਜਾਊਗਾ, ਹਨਾ। ਤਾਂ ਕੀ ਆ? ਵੇਅਰ देयर ਇਮੋਸ਼ਨ ਨੀਡਸ ਆਰ ਮੈਟ, ਜਿੱਥੇ ਬੱਚੇ ਦੀਆਂ ਭਾਵਾਤਮਕ ਲੋੜਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਂਦੀਆਂ। ਐਂਡ ਦੇ ਫੀਲ ਦੇ ਆਰ ਵੈਲਿਊਡ, ਜਦੋਂ ਬੱਚਾ ਇਹ ਮਹਿਸੂਸ ਕਰਦਾ ਕਿ ਮੇਰਾ ਵੀ ਮੁੱਲ ਹੈ, ਠੀਕ ਹੈ, ਮੇਰੀ ਵੈਲਿਊ ਹੈ। ਦੂਜਾ ਆਪਾਂ ਕਹਿ ਦਈਏ ਵੇਅਰ ਦਾ ਟੀਚਰ ਇਜ਼ ਅਥੋਰੀਟੇਟਿਵ, ਕਹਿੰਦੇ ਜਿੱਥੇ ਟੀਚਰ ਹੀ ਪ੍ਰਮੁੱਖ ਹੋਵੇ ਤੇ ਸਭ ਕੁਝ ਟੀਚਰ ਦੱਸੇ। ਮੈਂ ਕਿਹਾ ਸੀ ਇਹ ਬਿਲਕੁਲ ਵੀ ਸਹੀ ਮੈਥਡ ਨਹੀਂ ਹੈ। ਜਿੱਥੇ ਟੀਚਰ ਕੇਂਦਰਿਤ ਸਿੱਖਿਆ ਹੋਵੇ ਤਾਂ ਟੀਚਰ ਕੇਂਦਰਿਤ ਸਿੱਖਿਆ ਸਾਡੀ ਸਹੀ ਸਿੱਖਿਆ ਨਹੀਂ ਹੁੰਦੀ। ਕਹਿੰਦੇ ਜਿੱਥੇ ਫੋਕਸ ਹੋਵੇ ਤੇ ਸਟ੍ਰੈਸ ਹੋਵੇ ਸਿਰਫ ਮਾਸਟਰਿੰਗ ਦੇ ਉੱਪਰ, ਕਿ ਕੋਗਨੈਟਿਵ ਸਕਿੱਲ ਦੀਆਂ ਰੀਡਿੰਗ ਸਿਖਾ ਦੋ, ਰਾਈਟਿੰਗ ਸਿਖਾ ਦੋ, ਮੈਥਮੈਟਿਕਸ ਸਿਖਾ ਦੋ, ਜਾਨੀ ਆਹੀ ਮਹਾਰਤਾਂ ਸਿਖਾਈਆਂ ਜਾਣ, ਨਹੀਂ, ਇਹ ਵੀ ਸਹੀ ਨਹੀਂ ਹੋਊਗਾ ਨਾ, ਬੱਚਾ ਰੱਟੇ ਮਾਰੂਗਾ ਇਹਦੇ ਚ। ਵੇਅਰ ਦਾ ਟੀਚਰ ਲੀਡ ਆਲ ਦਾ ਲਰਨਿੰਗ ਐਂਡ ਐਕਸਪੈਕਟ ਸਟੂਡੈਂਟ ਟੂ ਪਲੇ ਅ ਪੈਸਿਵ ਰੋਲ, ਬੱਚੇ ਦਾ ਪੈਸਿਵ ਰੋਲ ਨਹੀਂ, ਹਨਾ। ਕਹਿੰਦੇ ਜਿੱਥੇ ਅਧਿਆਪਕ ਸਾਰੀ ਸਿਖਲਾਈ ਤੇ ਗਵਾਹੀ ਦੇਵੇ ਵੀ ਟੀਚਰ ਸੈਂਟਰ ਹੋ ਗਿਆ, ਤੇ ਜਿੱਥੇ ਬੱਚਾ ਉਦਾਸੀਨ ਹੁੰਦਾ, ਇਨਐਕਟਿਵ, ਜਾਨੀ ਕਿ ਆਪਾਂ ਕਹਿ ਦਈਏ
ਕਿਰਿਆਸ਼ੀਲ ਨਾ ਹੋਵੇ ਤਾਂ ਇਹ ਵੀ ਸਾਡੇ ਲਈ ਸਹੀ ਨਹੀਂ ਹੈ। ਤਾਂ ਕੀ ਬਣੀ ਕਿ ਜਿੱਥੇ ਬੱਚਾ ਭਾਵਾਤਮਕ ਜ਼ਰੂਰਤਾਂ ਪੂਰੀਆਂ ਮਹਿਸੂਸ ਕਰਦਾ ਹੋਵੇ ਤੇ ਮਹਿਸੂਸ ਕਰੇ ਕਿ ਉਹਦੀ ਆਪਣੀ ਵੈਲਿਊ ਹੈ, ਜਾਨੀ ਕਿ ਕੀ ਆ, ਚਾਈਲਡ ਸੈਂਟਰ। ਠੀਕ ਹੈ, ਤਾਂ ਪ੍ਰਾਇਮਰੀ ਦੇ ਵਿੱਚ ਇਹ ਆਨਸਰ ਤੁਹਾਡਾ ਇੱਥੇ ਸਹੀ ਹੋਊਗਾ। ਹਾਇਰ ਲੈਵਲ ਦੇ ਉੱਪਰ ਵੀ ਬੇਟਾ ਇਹੀ ਸਹੀ ਹੋਊਗਾ। ਠੀਕ ਹੈ, ਨੈਕਸਟ क्वेश्चन अपने ਕੋਲ ਐਨ 8 year old girl show exceptional sporting ability। मैं ਤੁਹਾਨੂੰ ਟੈਸਟ ਦੇ ਵਿੱਚ ਵੀ ਕਿਸੇ ਚ ਪਾਇਆ ਹੋਇਆ ਕਿ 8 ਸਾਲ ਦੀ ਲੜਕੀ ਸਪੋਰਟਿੰਗ ਅਬਿਲਿਟੀ ਯਾਨੀ ਕਿ ਖੇਡਾਂ ਦੇ ਵਿੱਚ ਬੜੀ ਅੱਛੀ ਯੋਗਤਾ ਸ਼ੋ ਕਰਦੀ ਹੈ। ਬੋਥ ਆਫ ਹਰ ਪੇਰੈਂਟਸ ਐਂਡ ਸਪੋਰਟਸ ਪਰਸਨ, ਉਹਦੇ ਮੰਮੀ ਡੈਡੀ ਦੋਨੋਂ ਹੀ ਸਪੋਰਟਸ ਪਰਸਨ ਆ, ਤੇ ਇਸ ਤੋਂ ਬਿਨਾ ਸੈਂਡ ਹਰ ਟੂ ਕੋਚਿੰਗ ਐਵਰੀ ਡੇ ਐਂਡ ਟ੍ਰੇਨ ਹਰ ਔਨ ਦਾ ਵੀਕਐਂਡ, ਹੈ ਨਾ, ਤੇ ਉਹਨੂੰ ਟ੍ਰੇਨਿੰਗ ਲਈ ਵੀ ਭੇਜਦੇ ਆ, ਕੋਚਿੰਗ ਲਈ ਵੀ ਭੇਜਦੇ ਆ। ਤੇ ਉਹਦੀ ਸਮਰੱਥਾ ਕਿਹਦੇ ਕਰਕੇ ਆ ਬੇਟਾ? ਦੇਖੋ ਉਹਦੇ ਮਾਤਾ ਪਿਤਾ ਖਿਡਾਰੀ ਆ, ਤਾਂ ਇਹਦਾ ਮਤਲਬ ਕੀ ਉਹਦੇ ਚ ਗੁਣ ਆ ਗਿਆ ਹੈਰੀਡਿਟੀ, ਆਪਣੇ ਮਾਤਾ ਪਿਤਾ ਤੋਂ। ਉਸ ਤੋਂ ਬਿਨਾ ਉਹਨੂੰ ਕੋਚਿੰਗ ਲਈ ਭੇਜਦਾ, ਸਿਖਲਾਈ ਲਈ ਭੇਜਦਾ, ਤੇ ਇਹਦਾ ਮਤਲਬ ਇਨਵਾਇਰਨਮੈਂਟ ਦੇ ਵਿੱਚ ਵੀ ਉਹਨੂੰ ਪ੍ਰੋਪਰ ਰੈਡੀ ਕਰ ਰਿਹਾ। ਤਾਂ ਆਨਸਰ ਕੀ ਬਣਿਆ? ਹੈਰੀਡਿਟੀ ਐਂਡ ਇਨਵਾਇਰਨਮੈਂਟ। ਨੈਕਸਟ ਹੈ ਬੇਟਾ ਵਿਚ ਆਫ ਫੋਲੋਇੰਗ ਇਜ਼ ਦਾ ਸੈਕੰਡਰੀ ਏਜੰਟ ਆਫ ਸੋਸ਼ਲਾਈਜੇਸ਼ਨ। ਮੈਂ ਸੋਸ਼ਲਾਈਜੇਸ਼ਨ ਕਰਾ ਚੁੱਕੀ ਹਾਂ, ਮੈਂ ਤੁਹਾਨੂੰ ਦੱਸਿਆ ਸੀ ਇੱਕ ਪ੍ਰਾਇਮਰੀ ਹੁੰਦੀ ਹੈ, ਇੱਕ ਸੈਕੰਡਰੀ ਹੁੰਦੀ ਹੈ। ਪ੍ਰਾਇਮਰੀ ਜਿਹੜੀ ਬੱਚਾ ਘਰ ਦੇ ਵਿੱਚ ਕਰਦਾ, ਤੇ ਸੈਕੰਡਰੀ ਜਿਹੜੀ ਘਰ ਤੋਂ ਬਾਹਰ ਕਰਦਾ। ਤਾਂ ਅਸੀਂ ਦੇਖੀਏ ਕਿ ਸੈਕੰਡਰੀ ਏਜੰਟ ਦੇ ਵਿੱਚ ਫਿਰ ਬਾਹਰਲੇ ਆਉਣੇ ਸੀ ਸਾਰੇ, ਫੈਮਿਲੀ ਘਰ ਆ ਗਿਆ, ਕੱਟੀ ਗਈ। ਠੀਕ ਹੈ, ਸਕੂਲ ਐਂਡ ਨੇਬਰ ਗੁਆਂਢੀ ਵੀ ਬਾਹਰ ਨੇ, ਸਕੂਲ ਵੀ ਬਾਹਰ ਆ, ਤਾਂ ਆਨਸਰ ਹੋਊਗਾ ਸਾਡਾ ਇਹ। ਅਗਲਾ ਦੇਖੋ ਸਕੂਲ ਐਂਡ ਇਮੀਡੀਏਟ ਫੈਮਿਲੀ ਕੱਟੀ ਗਈ, ਫੈਮਿਲੀ ਕੱਟੀ ਗਈ। ਠੀਕ ਹੈ, ਤਾਂ ਇਸ ਤਰੀਕੇ ਨਾਲ ਤੁਹਾਡਾ ਆਨਸਰ ਕੀ ਬਣਿਆ? ਸੈਕੰਡਰੀ ਏਜੰਟ ਜਿਹੜਾ ਜਿੱਥੋਂ ਬੱਚਾ ਘਰ ਤੋਂ ਬਾਹਰੋਂ ਸਮਾਜ ਦੇ ਗੁਣ ਸਿੱਖਦਾ, ਤਾਂ ਉਹ ਕੀ ਹੈ? ਸਕੂਲ ਐਂਡ ਨੇਬਰਹੁੱਡ। 20th क्वेश्चन अपने को अकॉर्डिंग टू ले वाइगोस्की द प्राइमरी कॉज ऑफ कोग्निटिव डेवलपमेंट। ले वाइगोस्की ਦੇ ਅਕੋਰਡਿੰਗ ਪ੍ਰਾਇਮਰੀ ਕੌਜ਼ ਕੀ ਹੈ ਕੋਗਨੀਟਿਵ ਡਿਵੈਲਪਮੈਂਟ ਦਾ? ਬੱਚਾ ਬੌਧਿਕ ਵਿਕਾਸ ਇਹਦੇ ਅਕੋਰਡਿੰਗ ਵਾਈਗੋਸਕੀ ਦੇ ਅਕੋਰਡਿੰਗ ਕਿਵੇਂ ਸਿੱਖਦਾ? ਮੈਂ ਬਹੁਤ ਵਾਰ ਜਦੋਂ ਵੀ ਵਾਈਗੋਸਕੀ ਦੀ ਥਿਊਰੀ ਕਰਾਈ ਹੈ ਜਾਂ ਕੁਐਸਚਨ ਪਾਇਆ, ਮੈਂ ਹਮੇਸ਼ਾ ਆਖਿਆ ਸਿਰਫ ਇੱਕ ਚੀਜ਼ ਯਾਦ ਰੱਖਣੀ ਆ, ਸਮਾਜਿਕ ਅੰਤਰਕਿਰਿਆ, ਸੋਸ਼ਲ ਇੰਟਰੈਕਸ਼ਨ। ਤਾਂ ਉਹੀ ਇੱਥੇ ਆ। ਠੀਕ ਹੈ, ਸਿੰਪਲ ਸਮਾਜਿਕ ਅੰਤਰਕਿਰਿਆ। ਇਕੁਲਿਬ੍ਰੇਸ਼ਨ ਸੰਤੁਲਨ ਦੀ ਗੱਲ ਪਿਆਜੇ ਨੇ ਕੀਤੀ ਸੀ, ਇਸ ਕਰਕੇ ਲੇਵ ਵਾਈਗੋਸਕੀ ਨਹੀਂ ਆਊਗਾ। ਐਡਜਸਟਮੈਂਟ ਆਫ ਮੈਂਟਲ ਸਕੀਮਾ ਦੀ ਗੱਲ ਵਾਈਗੋਸਕੀ ਨੇ ਨਹੀਂ ਕੀਤੀ, ਤੇ ਸਟਿਮੂਲਸ ਰਿਸਪੌਂਸ ਇਹਨਾਂ ਦੀ ਗੱਲ ਵੀ ਵਾਈਗੋਸਕੀ ਨੇ ਨਹੀਂ ਕੀਤੀ। ਕਿੰਨਾ ਨੇ ਕੀਤੀ ਆ? ਬਿਹੇਵਰਿਸਟਿਕ ਨੇ। ਉਹਨੇ ਗੱਲ ਕਿਹਦੀ ਕੀਤੀ ਹੈ? ਸੋਸ਼ਲ ਇੰਟਰੈਕਸ਼ਨ ਦੀ। ਤਾਂ ਆਨਸਰ ਸਾਡਾ ਕੀ ਹੋ ਗਿਆ? ਸੋਸ਼ਲ ਇੰਟਰੈਕਸ਼ਨ ਦੇ ਰਾਹੀਂ ਬੱਚਾ, ਸਮਾਜਿਕ ਅੰਤਰਕਿਰਿਆ ਦੇ ਰਾਹੀਂ ਬੱਚਾ ਕੋਗਨੀਟਿਵ ਡਿਵੈਲਪਮੈਂਟ ਕਰਦਾ। ਇਹਨਾਂ ਪ੍ਰੋਗਰੈਸਿਵ ਕਲਾਸਰੂਮ ਬੇਟਾ ਕੀ ਹੁੰਦਾ? ਚਾਈਲਡ ਸੈਂਟਰਡ, ਜਿੱਥੇ ਬੱਚੇ ਬਾਲ ਕੇਂਦਰ ਸਿੱਖਿਆ ਦਿੱਤੀ ਹੋਵੇ। ਜਾਂ ਟੀਚਰ ਫੈਸਿਲਿਟੇਟ ਲਰਨਿੰਗ ਬਾਈ ਪ੍ਰੋਵਾਈਡਿੰਗ ਐਨ ਇਨਵਾਇਰਨਮੈਂਟ। ਤਾਂ ਟੀਚਰ ਕਿਵੇਂ ਬੱਚੇ ਨੂੰ ਪ੍ਰੋਗਰੈਸਿਵ ਐਜੂਕੇਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਇਨਵਾਇਰਨਮੈਂਟ ਪ੍ਰੋਵਾਈਡ ਕਰੂਗਾ? ਕਹਿੰਦੇ ਇਸ ਤਰ੍ਹਾਂ ਦਾ ਜਿੱਥੇ ਉਹ ਡਿਸਕਵਰੀ ਨੂੰ ਪ੍ਰਮੋਟ ਕੀਤਾ ਜਾਵੇ, ਰਿਸਟ੍ਰਿਕਟਿਵ ਰੁਕਾਵਟ ਵਾਲਾ ਹੋਵੇ ਨਹੀਂ, ਰੁਕਾਵਟ ਵਾਲਾ ਬੰਦਸ਼ਾਂ ਵਾਲਾ ਨਹੀਂ ਹੋਊਗਾ। ਡਿਸਕਰੇਜ ਇਨਕਲੂਜਨ, ਜਿਹਦੇ ਚ ਕਹਿੰਦੇ ਇਨਕਲੂਜਨ ਜਾਨੀ ਹਰ ਤਰ੍ਹਾਂ ਦੇ ਬੱਚੇ ਨੂੰ ਸ਼ਾਮਲ ਨਾ ਕੀਤਾ ਜਾਵੇ, ਕਹਿੰਦੇ ਸਿਰਫ ਕੁਝ ਬੱਚੇ ਹੀ ਰੱਖੇ ਜਾਣ। ਡਿਸਕਰੇਜ ਕਰਨਾ ਇਹ ਵੀ ਸਹੀ ਨਹੀਂ ਹੋਊਗਾ। ਇਨਕਰੇਜ ਕਰਨਾ ਰੈਪੀਟੀਸ਼ਨ, ਬਾਰ-ਬਾਰ ਦੁਹਰਾਈ ਕਰਨ ਦੇ ਉੱਪਰ ਨਹੀਂ। ਹਮੇਸ਼ਾ ਚਾਈਲਡ ਸੈਂਟਰ ਐਜੂਕੇਸ਼ਨ ਦੇ ਵਿੱਚ ਤੁਸੀਂ ਡਿਸਕਵਰੀ, ਕੋਲੈਬੋਰੇਟਿਵ ਲਰਨਿੰਗ, ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰੋਗੇ। ਠੀਕ ਹੈ ਜੀ। then हैगा बेटा अपने को 22 a 5-year-old boy talk to himself while trying to fold a t-shirt। ਕਹਿੰਦੇ ਇੱਕ 5 ਸਾਲ ਦਾ ਲੜਕਾ ਆਪਣੇ ਨਾਲ ਟੀ-ਸ਼ਰਟ ਨੂੰ ਫੋਲਡ ਕਰਦਿਆਂ, ਤੈਅ ਮਾਰਦਿਆਂ ਆਪਣੇ ਆਪ ਨਾਲ ਗੱਲਾਂ ਕਰ ਰਿਹਾ। ਆ ਰਿਹਾ ਯਾਦ ਜਦੋਂ ਕੋਈ ਬੰਦਾ ਆਪਣੇ ਆਪ ਨਾਲ ਗੱਲ ਕਰਦਾ ਤੁਸੀਂ ਕੀ ਆਖਦੇ ਆ? ਪ੍ਰਾਈਵੇਟ ਸਪੀਚ, ਹਨਾ। ਮੈਂ ਤੁਹਾਨੂੰ ਇੱਕ ਇੱਕ ਟਰਮ ਕਲੀਅਰ ਕਰਾ ਚੁੱਕੀ ਹਾਂ। ਤੁਹਾਨੂੰ ਕੌਨਫੀਡੈਂਸ ਹੋਣਾ ਚਾਹੀਦਾ ਕਿ ਸਾਨੂੰ ਜੋ ਕਰਾਇਆ ਗਿਆ ਉਹ ਸਭ ਕੁਝ ਉਹੀ ਆ, ਹਨਾ। The which of following statement is correct in the context of behavior displayed by the boy। ਤਾਂ ਬੱਚਾ ਜੋ ਇਸ ਤਰ੍ਹਾਂ ਦਾ ਬਿਹੇਵੀਅਰ ਸ਼ੋ ਕਰ ਲਿਆ, ਤੈਅ ਕਰਦਾ ਕਰਦਾ ਆਪਣੇ ਨਾਲ ਗੱਲਾਂ ਕਰਦਾ, ਤਾਂ ਕੀ ਆ? ਕਹਿੰਦੇ ਪਹਿਲਾ ਜੀਨ ਪਿਆਜੇ ਤੇ ਲੇ ਵਾਈਗੋਸਕੀ would explain this as egocentric nature of child thoughts। ਦੇਖੋ ਪਿਆਜੇ ਨੇ ਈਗੋਸੈਂਟ੍ਰਿਕ ਦੀ ਗੱਲ ਕੀਤੀ ਆ, ਵਾਈਗੋਸਕੀ ਨੇ ਨਹੀਂ ਕੀਤੀ। ਚਲੋ ਆਪਾਂ ਫੇਰ ਵੀ ਤੁਸੀਂ ਡਾਊਟ ਹੋਣਗੇ, ਆਪਾਂ ਅਗਲੇ ਕਰਦੇ ਆ ਨਾ। जीन पियाजे वुड एक्सप्लेन ईगोसेंट्रिक स्पीच, है ना। जीन पियाजे ने इनू ईगोसेंट्रिक स्पीच क्या आता? लैंग्वेज एंड थॉट वाला टॉपिक याद करो, लैंग्वेज एंड थॉट दे विच तुहानू मैं करवाया सी। ते ले वाइगोस्की ने इनू एक्सप्लेन कीता दैट एज द चाइल्ड्स अटेम्प्ट टू रेगुलेट देयर एक्शन थ्रू प्राइवेट स्पीच, है ना। तो पियाजे वाइगोस्की ने इनू की आख्या? प्राइवेट स्पीच। तो ਇਹਦਾ मतलब आंसर साडा आ ही हो गया, क्योंकि ਪਿਆਜੇ ਦੇ ਅਕੋਰਡਿੰਗ ਜੇਕਰ ਕੋਈ ਬੱਚਾ ਆਪਣੇ ਨਾਲ ਹੀ ਮੋਨੋਲੋਗ ਡਿਸਕਸ ਕਰ ਰਿਹਾ, ਆਪਣੇ ਆਪ ਨਾਲ ਗੱਲਾਂ ਕਰ ਰਿਹਾ, ਤਾਂ ਕਿ ਈਗੋਸੈਂਟ੍ਰਿਕ ਸਪੀਚ। ਤੇ ਵਾਈਗੋਸਕੀ ਨੇ ਇਹਨੂੰ ਕੀ ਨਾਮ ਦਿੱਤਾ ਹੈ?
प्राइवेट स्पीच का। ठीक है जी। नेक्स्ट अपने को 23 एट लोअर क्लास प्ले वे मैथड ऑफ टीचिंग इज बेस्ड ऑन। ਤਾਂ ਪਲੇਵੇ ਮੈਥਡ ਕਿਹੜੀ ਚੀਜ਼ ਤੇ ਬੇਸਡ ਹੁੰਦਾ? ਥਿਊਰੀ ਆਫ ਫਿਜ਼ੀਕਲ ਐਜੂਕੇਸ਼ਨ ਪ੍ਰੋਗਰਾਮ, ਕਹਿੰਦੇ ਫਿਜ਼ੀਕਲ ਸਰੀਰਕ ਸਿੱਖਿਆ ਪ੍ਰੋਗਰਾਮ ਤੇ ਆਧਾਰਿਤ ਆ, ਹਨਾ। ਆਪਾਂ ਬਾਕੀ ਵੀ ਪੜ੍ਹਦੇ ਆ, ਚਲੋ। ਪ੍ਰਿੰਸੀਪਲ ਆਫ ਮੈਥਡ ਆਫ ਟੀਚਿੰਗ, ਕਹਿੰਦੇ ਪ੍ਰਿੰਸੀਪਲ ਮੈਥਡ ਆਫ ਟੀਚਿੰਗ ਤੇ ਆਧਾਰਿਤ ਆ, ਜਾਂ ਸਾਈਕੋਲੋਜੀਕਲ ਪ੍ਰਿੰਸੀਪਲ। ਠੀਕ ਹੈ, ਦੇਖੋ ਬੱਚੇ ਦੇ ਪੱਧਰ ਅਕੋਰਡਿੰਗ ਆ। ਪਲੇਵੇ ਮੈਥਡ ਛੋਟੀਆਂ ਕਲਾਸਾਂ ਲਈ ਢੁਕਵਾਂ ਮੈਥਡ ਆ, ਮਤਲਬ ਮਨੋਵਿਗਿਆਨਿਕ ਵਿਧੀ ਆ। ਠੀਕ ਹੈ, ਮਨੋਵਿਗਿਆਨਿਕ ਵਿਧੀ ਹੈ, ਤਾਂ ਇਸ ਕਰਕੇ ਸਾਈਕੋਲੋਜੀਕਲ ਪ੍ਰਿੰਸੀਪਲ ਆ ਇਹ, यानी विकास के तरक्की के पद्धर के अकॉर्डिंग ढुकवां मैथड आ प्लेवे मैथड। ठीक है बई, ਇਹ ਵੀ ਦੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਅਟੈਂਪਟ ਕਰਨੇ ਨਹੀਂ ਆਉਂਦੇ ਹੁੰਦੇ। ਤਾਂ ਸਾਈਕੋਲੋਜੀਕਲ ਮਤਲਬ ਹੁੰਦਾ ਬੱਚੇ ਦੇ ਪੱਧਰ ਦੇ ਅਕੋਰਡਿੰਗ। 24th ਆਪਣੇ ਕੋਲ ਬੇਟਾ ਇੱਕ ਚੌਥੀ ਕਲਾਸ ਦੇ ਬੱਚੇ ਦੇ ਨਾਲ ਰਿਲੇਟਡ ਹੈ ਨਾ। ਆ ਬॉय 4th grade with visual deficiency, ਕਿਸੇ ਬੱਚੇ ਨੂੰ ਦ੍ਰਿਸ਼ਟੀ ਦੇਖਣ ਦੇ ਵਿੱਚ ਘਾਟ ਆ, ਦੇਖਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ 4 ਸਾਲ ਦੇ ਬੱਚੇ ਨੂੰ, ਤਾਂ ਕੀ ਕਰੋਗੇ? excluded to a lower level of work, ਤਾਂ ਉਸ ਬੱਚੇ ਨੂੰ ਹੇਠਲੇ ਪੱਧਰ ਕੰਮ ਦਾ ਹੇਠਲਾ ਪੱਧਰ ਕਰਨ ਦੇ ਲਈ ਕੱਢ ਦੇਣਾ ਚਾਹੀਦਾ। ਤੁਸੀਂ ਉਹਨੂੰ ਕਹਿ ਦੋਗੇ ਕਿ ਉਹ ਜਿਹੜੀ ਸਧਾਰਨ ਕਲਾਸ ਕਰ ਰਹੀ ਆ ਉਸ ਤੋਂ ਘੱਟ ਕਰ ਲਏ, ਉਹ ਨਹੀਂ, ਹਨਾ। ਫਿਰ ਹੈਲਪ ਵਿਦ ਦਾ ਰੂਟੀਨ ਵਰਕ ਬਾਈ ਪੇਰੈਂਟਸ ਐਂਡ ਫਰੈਂਡਸ, ਉਹਦੇ ਨਿਯਮਤ ਕੰਮਾਂ ਵਿੱਚ ਮਾਤਾ ਪਿਤਾ ਤੇ ਦੋਸਤਾਂ ਦੁਆਰਾ ਮਦਦ ਦੇਣੀ ਚਾਹੋਗੇ, ਦੇ ਸਕਦੇ ਆ, ਠੀਕ ਆ। ਬਟ ਹੋਰ ਵੀ ਅਸੀਂ ਦੇਖਦੇ ਹਾਂ ਕਿ ਕੋਈ ਹੋਰ ਇਸ ਤੋਂ ਢੁਕਵਾਂ ਆਨਸਰ ਤਾਂ ਨਹੀਂ। ਟ੍ਰੀਟਡ ਨਾਰਮਲੀ ਇਨ ਦਾ ਕਲਾਸ, ਉਸ ਬੱਚੇ ਨਾਲ ਕਲਾਸ ਦੇ ਵਿੱਚ ਨਾਰਮਲ ਸਧਾਰਨ ਬਿਹੇਵੀਅਰ ਕਰੋਗੇ, ਤੇ ਨਾਲ ਹੀ ਬੇਟਾ ਉਹਨੂੰ ਸਪੋਰਟ ਕਰੋਗੇ ਥਰੂ ਆਡੀਓ। ਉਹ ਦੇਖ ਨਹੀਂ ਸਕਦਾ, ਸੁਣ ਤਾਂ ਸਕਦਾ ਨਾ, ਤਾਂ ਫਿਰ ਇਸ ਕਰਕੇ ਤੁਸੀਂ ਉਹਨੂੰ ਸੀਡੀਜ਼ ਦੇ ਰਾਹੀਂ, ਸੁਣਨ ਵਾਲੀਆਂ ਜਿਹੜੀਆਂ ਆਡੀਓ ਸੀਡੀਜ਼ ਨੇ ਉਹਨਾਂ ਦੇ ਰਾਹੀਂ ਤੇ ਨਾਰਮਲ ਕਲਾਸ ਦੇ ਵਿੱਚ ਵਿਵਹਾਰ ਕਰਕੇ ਉਹਦੀ ਹੈਲਪ ਨੂੰ ਪੂਰਾ, ਮਤਲਬ ਉਹਨੂੰ ਹੈਲਪ ਪ੍ਰੋਵਾਈਡ ਕਰੋਗੇ। then है बेटा अपने को इनसाइट थ्योरी ऑफ लर्निंग इज फर्स्ट प्रपोज्ड बाय। इनसाइट थ्योरी ऑफ लर्निंग किहदे नाल रिलेटेड सी बेटा? किहदे नाल रिलेटेड सी? वॉल्फगैंग कोलर दे नाल। तो कोलर दे नाल रिलेटेड हैगी आ साडी इनसाइट थ्योरी ऑफ लर्निंग। गैस्टार्ट स्कूल दे नाल संबंधित ने कोलर। ठीक है, सुल्तान दे उपर इन्हां ने एक्सपेरीमेंट कीता सी, तुहानूं सब क्लीयर होगा। तो इनसाइट थ्योरी जिहदे च पहिलां सोच समझ के फिर कोई फैसला लिया जांदा। 26 क्वेश्चन अपने को डेवलपमेंट इज नैवर एंडिंग प्रोसैस। डेवलपमेंट कभी भी ना खत्म होने वाली प्रक्रिया है, ये किहदे नाल रिलेट करदी है? तो तुहानूं याद होगा मैं प्रिंसीपल कराए सी डेवलपमेंट दे। डेवलपमेंट इज नैवर एंडिंग प्रोसैस, ये किहड़े प्रिंसीपल ते आधारित आ कि ਜਿਹੜੇ ਸਾਡੀ ਡਿਵੈਲਪਮੈਂਟ ਆ ਉਹ ਕਨਸੈਪਸ਼ਨ ਤੋਂ, ਜਾਨੀ ਕਿ ਮਾਂ ਦੇ ਪੇਟ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਟਿਲ ਡੈਥ ਕੰਟੀਨਿਊ ਰਹਿੰਦੀ ਆ, ਹਨਾ। ਤੇ ਫਿਰ ਕਿਹੜਾ ਪ੍ਰਿੰਸੀਪਲ ਸੀ? ਕਹਿੰਦੇ ਪ੍ਰਿੰਸੀਪਲ ਆਫ ਇੰਟਰਲੇਸ਼ਨ ਨੂੰ। ਪ੍ਰਿੰਸੀਪਲ ਇੰਟਰਲੇਸ਼ਨ ਹੁੰਦਾ ਕਿ ਤੁਹਾਡਾ ਸਾਡਾ ਸਰੀਰਕ ਡਿਵੈਲਪਮੈਂਟ, ਫਿਜ਼ੀਕਲ ਡਿਵੈਲਪਮੈਂਟ ਹੋ ਰਹੀ ਆ, ਸਾਡੀ ਮੈਂਟਲ ਡਿਵੈਲਪਮੈਂਟ ਵੀ ਹੋ ਰਹੀ ਆ, ਸਾਡੀ ਲੈਂਗੁਏਜ ਡਿਵੈਲਪਮੈਂਟ ਵੀ ਹੋ ਰਹੀ ਆ, ਤੇ ਇੱਕ ਫੀਲਡ ਦੇ ਵਿੱਚ ਹੋ ਰਹੀ ਡਿਵੈਲਪਮੈਂਟ ਸਾਡੇ ਦੂਜੇ ਫੀਲਡਾਂ ਦੇ ਵਿੱਚ ਹੋ ਰਹੀ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੀ ਹੈ, ਹੁੰਦਾ ਇੰਟਰਲੇਸ਼ਨ। ਪ੍ਰਿੰਸੀਪਲ ਆਫ ਕੰਟੀਨਿਊਟੀ ਕੀ ਹੈ? ਕਿ ਵਿਕਾਸ ਕਦੇ ਵੀ ਨਹੀਂ ਰੁਕਦਾ, ਸਲੋ ਹੋ ਸਕਦਾ ਕਿਸੇ ਸਟੇਜ ਦੇ ਵਿੱਚ, ਤੇਜ਼ ਹੋ ਸਕਦਾ ਕਿਸੇ ਸਟੇਜ ਦੇ ਵਿੱਚ, ਬਟ ਲਗਾਤਾਰ ਆ। ਠੀਕ ਹੈ ਜੀ। ਇੰਟੀਗ੍ਰੇਸ਼ਨ ਦਾ ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ ਜਾਨੀ ਏਕੀਕਰਨ ਦਾ ਮਤਲਬ ਹੁੰਦਾ ਕਦੇ ਇਹ ਜ਼ਿਆਦਾਤਰ ਸਾਡਾ ਵਿਕਾਸ ਆ ਜਿਹੜਾ ਜਰਨਲ ਟੂ ਸਪੈਸੀਫਿਕ ਜਾਂਦਾ, ਬਟ ਕਈ ਵਾਰ ਅਸੀਂ ਕਿਸੇ ਵੱਡੇ ਹੋ ਕੇ ਸਪੈਸੀਫਿਕ ਚੀਜ਼ ਨੂੰ ਸਿੱਖਦੇ ਜਰਨਲ ਚੀਜ਼ਾਂ ਵੀ ਸਿੱਖ ਸਕਦੇ ਹਾਂ। ਪ੍ਰਿੰਸੀਪਲ ਆਫ ਇੰਟਰੈਕਸ਼ਨ ਆ ਬਿਟਵੀਨ ਹੈਰੀਡਿਟੀ ਐਂਡ এনवायरमेंट। ਬੱਚੇ ਦਾ ਵਿਕਾਸ ਹੈਰੀਡਿਟੀ ਤੇ এনवायरमेंट ਦੋਨਾਂ ਕਰਕੇ ਹੁੰਦਾ, ਲਰਨਿੰਗ ਤੇ ਮੈਚੁਰੇਸ਼ਨ ਦੋਨਾਂ ਦੀ ਇੰਟਰੈਕਸ਼ਨ ਕਰਕੇ ਹੁੰਦਾ। ਕਲੀਅਰ ਜੀ। ਉਸ ਤੋਂ ਬਾਅਦ ਹੈ ਬੇਟਾ 27th ਕੁਐਸਚਨ ਆਪਣੇ ਕੋਲ, which of following will foster creativity among learner। ਇਹਨਾਂ ਵਿੱਚੋਂ ਕਿਹੜੀ ਐਕਟੀਵਿਟੀ ਆ ਜਿਹੜੀ ਬੱਚੇ ਦੇ ਵਿੱਚ ਕ੍ਰੀਏਟੀਵਿਟੀ ਕੀ ਸੀ ਬੇਟਾ? ਸਿਰਜਣਾਤਮਕਤਾ, ਕੁਝ ਨਵਾਂ ਪੈਦਾ ਕਰਨਾ, ਕੁਝ ਕ੍ਰੀਏਟੀਵਿਟੀ ਇਨਕਰੀਜ਼ ਕਰੂਗੀ। ਕਿਹੜੀ ਐਕਟੀਵਿਟੀ? ਕਹਿੰਦੇ ਪਹਿਲਾ ਟੀਚਿੰਗ ਦਾ ਸਟੂਡੈਂਟ ਟੂ ਪ੍ਰੈਕਟੀਕਲ ਵੈਲਿਊ ਆਫ ਗੁੱਡ ਐਜੂਕੇਸ਼ਨ। ਕਹਿੰਦੇ ਜੇਕਰ ਵਿਦਿਆਰਥੀ ਨੂੰ ਪ੍ਰਯੋਗੀ ਮੁੱਲ ਪੜਾਇਆ ਜਾਵੇ, ਹਨਾ। ਚਲੋ ਦੇਖਦੇ ਹਾਂ ਅੱਗੇ। ਪ੍ਰੋਵਾਈਡਿੰਗ ਅਪਰਚੂਨਿਟੀ ਟੂ ਕੁਐਸਚਨ, ਠੀਕ ਹੈ, ਐਂਡ ਨਰਚਰ ਦਾ ਇਨੀਸ਼ੀਏਟ ਟੈਲੈਂਟ ਆਫ ਐਵਰੀ ਲਰਨਰ। ਠੀਕ ਹੈ, ਕਹਿੰਦੇ ਜੇਕਰ ਅਸੀਂ ਹਰ ਬੱਚੇ ਨੂੰ ਪ੍ਰਸ਼ਨ ਪੁੱਛਣ ਤੇ ਅੰਦਰੂਨੀ ਪ੍ਰਤਿਭਾ ਦੇ ਵਿੱਚ ਨਿਖਾਰ ਲਿਆਉਣ ਦੇ ਮੌਕੇ ਪ੍ਰਦਾਨ ਕਰੀਏ। ਠੀਕ ਹੈ। ਦੈਨ ਬੇਟਾ emphasizing achievement goals from the beginning of school life। ਕਹਿੰਦੇ ਜੇਕਰ ਅਸੀਂ ਬੱਚੇ ਨੂੰ ਜਿਹੜਾ ਹੈ ਪ੍ਰੋਵਾਈਡਿੰਗ ਅਪਰਚੂਨਿਟੀ ਟੂ ਕੁਐਸਚਨ ਐਂਡ ਨਰਚਰ ਦਾ ਇਨੀਸ਼ੀਏਟ ਟੈਲੈਂਟ, ਮਤਲਬ ਬੱਚੇ ਦੀ ਜਿਹੜੀ ਜਮਾਂਦਰੂ ਟੈਲੈਂਟ ਹੈ ਉਹਨੂੰ ਬਾਹਰ ਕੱਢਣ ਦਾ ਮੌਕਾ ਦਈਏ, ਹੈ ਨਾ। ਚਲੋ ਅਗਲਾ ਦੇਖਦੇ ਹਾਂ।
emphasizing achievement goals for the beginning of school life, ਸ਼ੁਰੂ ਤੋਂ ਹੀ ਜਿਹੜੇ ਸਕੂਲ ਜੀਵਨ ਦੇ ਉਦੇਸ਼ ਆ ਉਹਨਾਂ ਨੂੰ ਪ੍ਰਾਪਤ ਕਰਨ ਤੇ ਜ਼ੋਰ ਦਈਏ। ਕੋਚਿੰਗ ਸਟੂਡੈਂਟ ਫॉर ਗੁੱਡ ਮਾਰਕਸ ਇਨ ਐਗਜ਼ਾਮੀਨੇਸ਼ਨ, ਇਹ ਵੈਸੇ ਸਾਡਾ ਮਤਲਬ ਆਪਾਂ ਕੀ ਪਰਪਸ ਨਹੀਂ ਹੁੰਦਾ, ਠੀਕ ਹੈ। ਦੇਖੋ ਬੇਟਾ ਵੈਲਿਊ ਐਜੂਕੇਸ਼ਨ ਇੱਕ ਪਾਸੇ ਆ, ਠੀਕ ਹੈ, ਸਕੂਲ ਜੀਵਨ ਦੇ ਆਰੰਭ ਦੇ ਉਦੇਸ਼ ਸਿਖਾਉਣਾ ਵੀ ਇੱਕ ਪਾਸੇ ਆ। ਸਟੇਟਮੈਂਟਾਂ ਸਾਰੀਆਂ ਸਹੀ ਨੇ, ਬਟ ਕ੍ਰੀਏਟੀਵਿਟੀ ਫੋਸਟਰ ਕਰੋਗੇ ਤਾਂ ਉਹ ਕਿਵੇਂ ਕਰੋਗੇ, ਜਦੋਂ ਤੁਸੀਂ ਬੱਚੇ ਦੇ ਜਿਹੜੇ ਇਨੀਸ਼ੀਏਟਿਵ, ਕਿਉਂਕਿ ਕ੍ਰੀਏਟੀਵਿਟੀ ਬੱਚੇ ਦੇ ਅੰਦਰ ਪਹਿਲਾਂ ਤੋਂ ਹੀ ਆ, ਸਿਰਫ ਤੁਸੀਂ ਉਹਨੂੰ ਇੱਕ ਅੱਛਾ ਨਰਚਰ ਕੀ ਸੀ, ਇੱਕ ਅੱਛਾ ਵਾਤਾਵਰਨ ਦੇ ਕੇ ਉਹਨੂੰ ਇੱਕ ਮਤਲਬ ਇਸ ਤਰ੍ਹਾਂ ਦੀਆਂ ਵੱਧ ਤੋਂ ਵੱਧ ਅਪਰਚੂਨਿਟੀ ਪ੍ਰੋਵਾਈਡ ਕਰਵਾ ਕੇ, ਕੋਈ ਓਪਨ ਐਂਡਡ ਕੁਐਸਚਨ ਪ੍ਰੋਵਾਈਡ ਕਰਾ ਕੇ ਉਹਦੇ ਚ ਉਹ ਜਿਹੜੀ ਕ੍ਰੀਏਟੀਵਿਟੀ ਉਹਨੂੰ ਇਨਕਰੀਜ਼ ਕਰੋਗੇ ਤਾਂ ਆਨਸਰ ਕੀ ਆ ਗਿਆ ਸਾਡੇ ਕੋਲ ਬੀ। ਨੈਕਸਟ ਹੈ ਬੇਟਾ ਆਪਣੇ ਕੋਲ ਵਿਚ ਆਫ ਫੋਲੋਇੰਗ ਇਜ਼ ਅ ਕਰੈਕਟਰਿਸਟਿਕ ਆਫ ਗਿਫਟਡ ਲਰਨਰ, ਕਿਹੜੀ ਇਹਦੇ ਵਿੱਚੋਂ ਗਿਫਟਡ ਲਰਨਰ ਜਿਹੜੇ ਮੇਧਾਵੀ ਬੱਚੇ ਹੁੰਦੇ ਨੇ, ਗੁਣਵਾਨ ਬੱਚੇ ਹੁੰਦੇ ਨੇ, ਉਹਨਾਂ ਦੀ ਵਿਸ਼ੇਸ਼ਤਾ, ਕਹਿੰਦੇ ਬੱਚੇ ਅਗਰੈਸਿਵ ਤੇ ਫਰਸਟ੍ਰੇਟਡ ਹੁੰਦੇ ਨੇ, ਨਹੀਂ ਆਕਰਮਣਕਾਰੀ ਨਹੀਂ ਹੁੰਦੇ, ਆਕਰਮਣਕਾਰੀ ਹੁੰਦੇ ਨੇ ਡੈਲੀਕੁਐਂਟ ਬੱਚੇ। ਦੇ ਕੈਨ ਫੀਲ ਅੰਡਰ ਸਟਿਮੂਲੇਟ, ਕਹਿੰਦੇ ਇਹ ਅੰਡਰ ਸਟਿਮੂਲੇਟ ਘੱਟ ਉਤੇਜਿਤ ਹੋ ਜਾਂਦੇ ਆ ਤੇ ਬੋਰ ਮਹਿਸੂਸ ਕਰਦੇ ਆ ਇਫ ਦਾ ਕਲਾਸ ਐਕਟੀਵਿਟੀਜ਼ ਆਰ ਨੋਟ ਚੈਲੰਜਿੰਗ ਇਨਫ, ਜੇਕਰ ਉਹਨਾਂ ਦੇ ਪੱਧਰ ਦੀਆਂ ਚੁਣੌਤੀਪੂਰਨ ਕਿਰਿਆਵਾਂ ਉਹਨਾਂ ਨੂੰ ਨਾ ਦਿੱਤੀਆਂ ਜਾਣ, ਠੀਕ ਹੈ। ਕਹਿੰਦੇ ਹਾਈਲੀ ਟੈਂਪਰਾਮੈਂਟਡ ਹੁੰਦੇ ਆ, ਬਹੁਤ ਛੇਤੀ ਉਹਨਾਂ ਦਾ ਸੁਭਾਅ ਫਲਕਚੁਏਟ ਹੁੰਦਾ। ਕਹਿੰਦੇ ਚੌਥਾ ਇੰਗੇਜਡ ਇਨ ਰਿਚੁਅਲਿਸਟਿਕ ਬਿਹੇਵੀਅਰ ਲਾਈਕ ਹੈਂਡ ਫਲੈਪਿੰਗ ਐਂਡ ਰੌਕਿੰਗ, ਉਹ ਹਮੇਸ਼ਾ ਕਲਾਸ ਦੇ ਵਿੱਚ ਕਦੇ ਹੱਥ ਚਲਾਉਂਦੇ ਆ, ਮਤਲਬ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿੰਦੇ ਆ। ਤਾਂ ਸਾਡੇ ਲਈ ਬਹੁਤਾ ਸੋਚਣ ਦੀ ਲੋੜ ਵੀ ਨਹੀਂ ਸੀ, ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਾਇਆ ਹੋਇਆ ਕਿ ਉਹ ਬੱਚੇ ਨੇ, ਜੇਕਰ ਤੁਸੀਂ ਇਹਨਾਂ ਨੂੰ ਤੁਸੀਂ ਇੱਕ ਇਨਰਿਚਮੈਂਟ ਕਰਿਕੂਲਮ ਪ੍ਰੋਵਾਈਡ ਨਹੀਂ ਕਰੋਗੇ, ਕਿ ਇਨਰਿਚਡ ਕਰਿਕੂਲਮ ਹੁੰਦਾ ਜਿਸ ਚ ਵੱਧ ਤੋਂ ਵੱਧ ਐਕਟੀਵਿਟੀਜ਼, ਵੱਧ ਤੋਂ ਵੱਧ ਉਹਨਾਂ ਦੇ ਪੱਧਰ ਤੋਂ ਜ਼ਿਆਦਾ ਚੀਜ਼ਾਂ ਕਰਾਓਗੇ, ਤਾਂ ਉਹਦੇ ਚ ਬੱਚਾ ਐਕਟਿਵ ਮਹਿਸੂਸ ਕਰੂਗਾ। ਜੋ ਉਹਨਾਂ ਦੇ ਪੱਧਰ ਦਾ ਹੈ ਉਹਦੇ ਚ ਉਹ ਬੋਰ ਮਹਿਸੂਸ ਕਰਨ ਲੱਗ ਜੂ, ਕਿਉਂਕਿ ਉਹਨੂੰ ਆਲਰੇਡੀ ਉਹ ਚੀਜ਼ਾਂ ਆਉਂਦੀਆਂ ਨੇ। ਤਾਂ ਇਹ ਕੀ ਹੈ, ਹੀ ਕੈਨ ਫੀਲ ਅੰਡਰ ਸਟਿਮੂਲੇਟ ਐਂਡ ਬੋਰਡ ਇਫ ਦਾ ਕਲਾਸ ਐਕਟੀਵਿਟੀਜ਼ ਆਰ ਨੋਟ ਚੈਲੰਜਿੰਗ ਇਨਫ, ਠੀਕ ਹੈ ਜੀ। ਨੈਕਸਟ ਹੈ ਬੇਟਾ ਡਿਸਲੈਕਸੀਆ, ਬਹੁਤ ਕਲੀਅਰਲੀ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਕਰਾਈਆਂ ਹੋਈਆਂ। ਡਿਸਲੈਕਸੀਆ ਕਿਹਦੇ ਨਾਲ ਰਿਲੇਟ ਸੀ, ਮੈਂ ਕਿਹਾ ਸੀ ਰੀਡਿੰਗ ਦੇ ਨਾਲ ਰਿਲੇਟਡ, ਤਾਂ ਉਹ ਕੀ ਹੈ ਰੀਡਿੰਗ ਡਿਸਆਰਡਰ। ਮੈਥ ਦੇ ਨਾਲ ਰਿਲੇਟਡ ਕਿਹੜਾ ਸੀ ਬੇਟਾ, ਮੈਥ ਦੇ ਨਾਲ ਸੀਗਾ ਡਿਸਕੈਲਕੁਲੀਆ, ਠੀਕ ਹੈ। ਮੈਂਟਲ ਡਿਸਆਰਡਰ ਅਸੀਂ ਬਹੁਤ ਸਾਰੇ ਕੀਤੇ ਸੀ, FAS ਹਨਾ, ਹੋਰ ਵੀ ਬਹੁਤ ਸਾਰੇ ਬਿਹੇਵੀਅਰਲ ਡਿਸਆਰਡਰ ਵੀ ਅਸੀਂ ਬਹੁਤ ਸਾਰੇ ਕੀਤੇ ਹਨਾ, ਸਿੰਪਲ। ਤਾਂ ਇੱਥੇ ਜਿਹੜਾ ਡਿਸਲੈਕਸੀਆ, ਡਿਸਗ੍ਰਾਫੀਆ, ਇਹਨਾਂ ਚੀਜ਼ਾਂ ਚੋਂ ਅਕਸਰ ਕੁਐਸਚਨ ਪੁੱਛਿਆ ਜਾਂਦਾ। ਤਾਂ ਡਿਸਲੈਕਸੀਆ ਕੀ ਹੈ ਬੇਟਾ, ਰੀਡਿੰਗ ਪੜਨ ਦੇ ਨਾਲ ਰਿਲੇਟਡ ਬੱਚੇ ਦੀ ਸਮੱਸਿਆ। ਰੋਬਿਨ ਹੂ ਡਜ਼ ਨਾਟ ਟਾਕ ਮਚ ਐਟ ਹੋਮ, ਰੋਬਿਨ ਲੜਕੀ, ਠੀਕ ਹੈ, ਉਹ ਆਪਣੇ ਸਕੂਲ ਦੇ ਘਰ ਦੇ ਵਿੱਚ ਬਹੁਤੀ ਗੱਲਬਾਤ ਨਹੀਂ ਕਰਦੀ। ਟਾਕਸ ਅ ਲੋਟ ਐਟ ਸਕੂਲ, ਬਟ ਸਕੂਲ ਦੇ ਵਿੱਚ ਬਹੁਤ ਬੋਲਦੀ ਹੈ। ਇਹਦਾ ਮਤਲਬ ਕੀ ਆ, ਇਹ ਚੀਜ਼ ਕੀ ਸ਼ੋ ਕਰਦੀ ਆ, ਪਹਿਲਾਂ ਤਾਂ ਇਹ ਸ਼ੋ ਕਰਦੀ ਆ ਕਿ ਸਕੂਲ ਪ੍ਰੋਵਾਈਡਸ ਅਪਰਚੂਨਿਟੀ ਟੂ ਚਿਲਡਰਨ ਟੂ ਟਾਕ ਅ ਲੋਟ, ਹਨਾ। ਕਹਿੰਦੇ ਇਹ ਹੋ ਸਕਦਾ ਕਿ ਸਕੂਲ ਬੱਚਿਆਂ ਨੂੰ ਜ਼ਿਆਦਾ ਮੌਕੇ, ਬੋਲਣ ਦੇ ਮੌਕੇ ਪ੍ਰਦਾਨ ਕਰਦਾ, ਸਹੀ ਹੋ ਸਕਦਾ ਹਨਾ। ਇਹ ਅਧਿਆਪਕ ਮੰਗ ਕਰਦੇ ਆ ਕਿ ਬੱਚਿਆਂ ਨੂੰ ਜ਼ਿਆਦਾ ਬੋਲਣਾ ਚਾਹੀਦਾ, ਇਸ ਕਰਕੇ ਬੱਚਾ ਬੋਲਦਾ। ਉਹ ਆਪਣੇ ਘਰ ਨੂੰ ਬਿਲਕੁਲ ਪਸੰਦ ਨਹੀਂ ਕਰਦਾ, ਇਹ ਗਲਤ ਹੈ। ਇਹ ਨਹੀਂ ਹੋ ਸਕਦਾ ਕੋਈ ਬੱਚਾ ਆਪਣੇ ਘਰ ਨੂੰ ਪਸੰਦ ਨਾ ਕਰੇ। ਉਹਦੇ ਵਿਚਾਰਾਂ ਨੂੰ ਸਕੂਲ 'ਚ ਪ੍ਰਵਾਨਗੀ ਦਿੱਤੀ ਜਾਂਦੀ ਹੈ। ਹੁਣ 3 ਸਟੇਟਮੈਂਟਾਂ ਸਾਨੂੰ ਸਹੀ ਲੱਗ ਰਹੀਆਂ ਨਾ। ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਪਰਫੈਕਟ ਸਟੇਟਮੈਂਟ ਆ, ਉਹ ਕਿਹੜੀ ਹੈ ਸਾਡੇ ਕੋਲ, ਡੀ, ਕਿ ਉਹਦੇ ਥਾਟਸ ਨੇ ਜਿਹੜੇ ਬੇਟਾ ਉਹਨਾਂ ਨੂੰ ਸਕੂਲ ਦੇ ਵਿੱਚ ਮਾਨਤਾ ਦਿੱਤੀ ਜਾਂਦੀ ਹੈ। ਤਾਂ ਇਸ ਕਰਕੇ ਉਹ ਸਕੂਲ ਦੇ ਵਿੱਚ ਬੋਲਣਾ ਉਹ ਬੱਚੇ ਨੂੰ ਪਸੰਦ ਆ। ਦੇਖੋ ਸਹੀ ਇਹ ਵੀ ਆ, ਠੀਕ ਹੈ, ਇਹ ਵੀ ਆ, ਬਟ ਹਮੇਸ਼ਾ ਹੀ ਮੈਂ ਤੁਹਾਨੂੰ ਜਦੋਂ ਵੀ CDP ਕਰਾਉਣੀ ਆ ਮੈਂ ਦੱਸਦੀ ਆ, ਜਦੋਂ ਸਾਡੇ ਕੋਲ 3 ਜਾਂ 4 ਸਟੇਟਮੈਂਟਾਂ ਸਹੀ ਹੋਣ ਨਾ, ਉਹਨਾਂ ਦੇ ਕੰਪੈਰੀਟਿਵ ਇੱਕ ਪਰਫੈਕਟ ਸਟੇਟਮੈਂਟ ਹੁੰਦੀ ਆ, ਪਰਫੈਕਟ ਤੁਸੀਂ ਫਾਈਂਡ ਕਰਨੀ ਹੁੰਦੀ ਆ। ਤਾਂ ਪਰਫੈਕਟ ਕੀ ਆ ਕਿ ਉਹਦੇ ਜਿਹੜੇ ਵਿਚਾਰ ਨੇ, ਪੋਜ਼ਿਟਿਵ ਸਟੇਟਮੈਂਟ ਆ ਇਹ, ਉਹਦੇ ਵਿਚਾਰਾਂ ਨੂੰ ਸਕੂਲ ਪ੍ਰਵਾਨਗੀ ਦੇ ਰਿਹਾ, ਇਸ ਕਰਕੇ, ਠੀਕ ਹੈ ਜੀ। ਤਾਂ ਇਹ ਸੀ ਸਾਡੀ ਅੱਜ ਦੀ MCQ ਡਿਸਕਸ਼ਨ। ਨੈਕਸਟ ਕਲਾਸ ਦੇ ਵਿੱਚ ਨੈਕਸਟ MCQ ਡਿਸਕਸ਼ਨ ਪ੍ਰੀਵੀਅਸ ਈਅਰ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।